ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰੁ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ। ਸ਼ਲੋਕ ਦੰਡੌਤ ਬੰਦਨ ਅਨਕ ਬਾਰ ਸਰਵ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪਿਤ ਸ੍ਰੀ ਚਰਿਤ੍ਰੋ ਪਖਿਆਨੇ ਪ੍ਰਿਆ ਚਰਿਤਰੇ ਮੰਤਰੀ ਭੂਪ ਸੰਵਾਦੇ 405 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਫਜੂ ਦੋਹਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਪਤਿਤ ਪਾਵਨ ਦੀਨ ਬੰਧੂ ਨਿਰੰਕਾਰ ਅਕਾਲ ਪੁਰਖ ਉਹਨਾਂ ਦੀ ਸਰਗੁਣ ਜੋਰ ਸਰੂਪ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਦਸੇ ਸਰੂਪ ਹਾਜ਼ਰ ਹਜ਼ੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਸ਼ਾਮ ਦੇ ਦੀਵਾਨ ਗੁਰੂ ਚਰਨਾਂ 'ਚ ਮਨਾਉਣ ਸਪੈਣ ਤੇ ਸੁਣਨ ਦਾ ਸਮਾਂ ਸਤਿਗੁਰੂ ਜੀ ਆਪ ਦੇ ਰਹੇ ਹਨ। ਭਾਵੇਂ ਅੰਮ੍ਰਿਤ ਵੇਲੇ ਤੋਂ ਲੈ ਕੇ ਐਤਵਾਰ ਦਾ ਦਿਨ ਹੋਣ ਦੇ ਕਾਰਨ ਸਾਰਾ ਦਿਨ ਦੀਵਾਨ ਸਜੇ ਰਹੇ ਹਨ। ਸੰਗਤਾਂ ਨੇ ਆਨੰਦ ਮਾਣਿਆ ਹੈ। ਸੋ ਗਰੀਬ ਨਵਾਜ ਦੀ ਕਿਰਪਾ ਨਾਲ ਕਥਾ ਔਰ ਕੀਰਤਨ ਗੁਰੂ ਕੀਆਂ ਬਵਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਂਦੇ ਬਚਨਾਂ ਨੂੰ ਸਫਲੇ ਹੋਏ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਦੀ ਰਸਨਾ ਤੋਂ ਉਚਾਰੀ ਪਵਿੱਤਰ ਚੌਪੀ ਸਾਹਿਬ ਦੀ ਬਾਣੀ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਜੋ ਬਖਸ਼ ਕੀਤੀ ਹੈ, ਜੋ ਬੜਾ ਭਾਰੀ ਇੱਕ ਅੰਗ ਹੈ ਸਿੱਖੀ ਮਤ ਦਾ ਨਿਤਨੇਮ। ਇਸ ਦਾ ਦੋ ਤਾਂ ਸਿੱਖ ਜ਼ਰੂਰ ਰੋਜ਼ ਕਰਦਾ ਹੈ, ਅੰਮ੍ਰਿਤ ਵੇਲੇ ਤੇ ਸ਼ਾਮ ਦੀ ਰਹਿਰਾਸ ਨਾਲ, ਜਿਵੇਂ ਹੁਣ ਆਪ ਜੀ ਨੇ ਸਰਵਣ ਕੀਤਾ ਹੈ। ਕੁਝ ਵੀਰਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਹੋਇਆਂ ਦਿਨ ਦੇ ਦੀਵਾਨ ਵਿੱਚ 12 ਤੋਂ 1 ਚੌਪੀ ਸਾਹਿਬ ਦੇ ਪਾਠ ਦੀ ਕਥਾ ਵਿਚਾਰ ਹੋਈ ਸੀ, ਜੋ ਸਮਾਂ ਹੋ ਗਿਆ ਤਾਂ ਸਮੇਂ ਨੂੰ ਮੁੱਖ ਰੱਖਦਿਆਂ ਸਾਰੀ ਸਮਾਪਤ ਨਹੀਂ ਸੀ ਕਰ ਸਕੇ। ਭਾਵੇਂ ਗੁਰੂ ਬਾਣੀ ਨੂੰ ਗੁਰੂ ਸੱਚੇ ਪਾਤਸ਼ਾਹ ਆਪ ਹੀ ਜਾਣਦੇ ਹਨ, ਫਿਰ ਵੀ ਚੌਪੀ ਸਾਹਿਬ ਦੇ ਬਚਨ ਆਏ ਸਨ। ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੋਹਿ ਪ੍ਰੀਤੀ। ਆਪੋ ਆਪਣੀ ਮਤ ਅਨੁਸਾਰ ਪਰਮੇਸ਼ਰ ਨੂੰ ਬੇਅੰਤ ਬੇਅੰਤ ਕਹਿਣਾ ਬਣ ਆਉਂਦਾ ਹੈ। ਦੂਜੇ ਨੰਬਰ ਤੇ ਇਹ ਲੋੜ ਹੁਣ ਬਹੁਤੀ ਤਾਂ ਪਏਗੀ, ਸਾਡੇ ਸਿੱਖੀ ਮਤ ਵਾਲਿਆਂ ਨੇ ਪੜ੍ਹਨੀ ਛੱਡ ਦਿੱਤੀ ਹੈ। ਕਹਿੰਦੇ ਅੱਧੀ ਕੁ ਨਾਲ ਸੜ ਜਾਂਦਾ ਹੈ, ਬਹੁਤੀ ਬਾਣੀ ਪੜ੍ਹਨੀ ਛੱਡ ਦਿੱਤੀ ਹੈ। ਇਹ ਅਗਲੀ ਚੌਪੀ ਜਣ ਹੁਣ ਆਪ ਜੀ ਰੋਜ਼ ਰਹਿਰਾਸ ਨਾਲ ਸੁਣਦੇ ਹੋ, ਇਹ ਸਵੇਰ ਦੇ ਨਿਤਨਾਮ ਨੇ ਨਾਲ ਨਹੀਂ, ਸਵੇਰ ਵਾਲੀ ਹੋ ਚੁੱਕੀ ਹੈ। ਇਹ ਉਹਦਾ ਅਗਲਾ ਹਿੱਸਾ ਹੈ ਤੇ ਇਹ ਵੀ ਪੜ੍ਹਨੀ ਜ਼ਰੂਰੀ ਹੈ, ਕਿਉਂ ਕਲਗੀਧਰ ਪਿਤਾ ਤੋਂ ਲੈ ਕੇ ਇਹਦੀ ਆਰੰਭਤਾ ਹੋਈ ਹੈ। ਬ੍ਰਹਮ ਗਿਆਨੀ ਮਨੀ ਸਿੰਘ ਜੀ ਜਿਨ੍ਹਾਂ ਦੇ ਜੀਵਨ ਬਾਰੇ ਚੰਗੀ ਤਰ੍ਹਾਂ ਜਾਣਦੇ ਹੋ, ਉਹਨਾਂ ਵਰਗਾ ਕੌਣ ਹੋ ਸਕਦਾ ਹੈ, ਜਿਨ੍ਹਾਂ ਬੰਦ ਕਟਾ ਲਿਆ ਤੇ ਲੱਗੀ ਢੇਰੀ ਤੋਂ ਆਵਾਜ਼ ਆਈ। ਜਿਨ੍ਹਾਂ ਦੀ ਸੰਪਰਦਾ ਚੱਲਦੀ ਹੈ ਉਹਦੀ ਸੰਪਰਦਾ ਵਿੱਚ ਹੁਣ ਤੱਕ ਇੰਨੀ ਪੜ੍ਹਦੇ ਹੈ। ਤੇ ਬਾਬਾ ਦੀਪ ਸਿੰਘ ਨੂੰ ਸਿੱਖੀ ਮੱਤ ਵਾਲੇ ਸਾਰੇ ਜਾਣਦੇ ਹੈ, ਕਿੰਨੇ ਮੀਰ ਸਿਰ ਲੱਥਿਆ ਹੋਇਆ ਆਪਣੇ ਹੱਥ ਤੇ ਰੱਖ ਕੇ ਜੰਗ ਕਰਦੇ ਹੋਏ ਧਰਮ ਯੁੱਧ। ਸੋ ਬਾਬਾ ਦੀਪ ਸਿੰਘ ਮਹਾਰਾਜ ਸਾਹਿਬ ਕਿੰਨੀ ਸ਼ਕਤੀ ਦੇ ਮਾਲਕ, ਸ਼ਕਤੀ ਇਸੇ ਬਾਣੀ ਦੀ ਸੀ ਜਿਹੜੀ ਤੁਸੀਂ ਹੁਣ ਸੁਣੀ ਹੈ। ਰਹਿਰਾ ਸਾਹਿਬ ਸਵੇਰ ਦਾ ਨਿਤਨੇਮ ਔਰ ਮੂਲ ਮੰਤਰ ਦਾ ਜਾਪ, ਗੁਰਮੰਤਰ ਦਾ ਜਾਪ, ਸਿਮਰਨ ਖਾਸ ਸਾਡਿਆਂ 'ਚ ਮਨਾਂ 'ਚ ਭਰੋਸਾ ਉਹਨਾਂ ਨਹੀਂ, ਸਾਡਾ ਜੀਵਨ ਉਹੋ ਜਿਹਾ ਨਹੀਂ। ਇਹ ਜਿਹੜੇ ਦੁਨੀਆ ਦੇ ਕਿਤਾਬੀ ਕੀੜੇ ਆ ਸਾਡੇ ਕੋਲ ਨਿਤਨੇਮ ਵੀ ਖੋਈ ਜਾਂਦੇ ਆ। ਤੁਸੀਂ ਸਾਬਤਾਂ ਸਾਰੇ ਵੀਰ ਮਾਈ ਭਾਈ ਨੇ ਹੋਣਾ ਹੈ, ਇਹ ਕੋਈ ਨਵੀਂ ਰਬਤਾ ਨਹੀਂ, ਉਹਨਾਂ ਨੇ ਜ਼ਰੂਰ ਘਟਾ ਦਿੱਤਾ ਸਭ ਕੁਝ, ਪਰ ਜੋ ਮਰਜ਼ਾਰਾ ਪੁਰਾਤਨ ਚਲੀ ਆਉਂਦੀ ਉਹਦੇ ਆਧਾਰ ਤੇ ਬੇਨਤੀ ਹੈ। ਆਓ ਵੇਖੋ ਇਹਦੇ ਅਸਲ ਭਾਵ ਅਰਥ ਕੀ ਬਣਦੇ, ਗੁਰੂ ਸਾਹਿਬਾਂ ਦੀ ਉਚਾਰੀ ਨਹੀਂ। ਸੋ ਇਸ ਪ੍ਰਕਾਰ ਆਪ ਜੀ ਆਰੰਭ ਕਰਦੇ ਹਨ। ਏਤ ਸ੍ਰੀ ਚਰਿਤ੍ਰੋ ਪਖਿਆਨੇ। ਪਖਿਆਨੇ ਨਾਮ ਗ੍ਰੰਥ ਦਾ ਹੈ। ਉਸ ਪਖਿਆਨੇ ਗ੍ਰੰਥ ਵਿੱਚ ਇਤ ਸ੍ਰੀ ਚਰਿਤ੍ਰੋ ਚਰਿੱਤਰ ਲਿਖੇ ਹੋਏ ਹਨ, ਕੌਤਕ ਲਿਖੇ ਹੋਏ ਹਨ,
ਕਿੰਨਾ ਕਿੰਨਾ ਦੇ ਲਿਖੇ ਹੋਏ ਹਨ। ਤੇਰਿਆ ਚਰਿਤਰੇ ਮੰਤਰੀ ਭੂਪ ਸੰਬੰਧੇ। ਇੱਕ ਤੇ ਤਰਿਆ ਭਾਵ ਬੀਬੀਆਂ ਦੇ ਚਰਿੱਤਰ, ਦੂਜੇ ਮੰਤਰੀ ਤੇ ਭੂਪ ਰਾਜੇ ਦੇ। ਉੱਤਰ ਪ੍ਰਸ਼ਨ ਰੂਪੀ ਜੋ ਸੰਵਾਦ ਹੈ, ਇਹਦੇ ਵਿੱਚ ਉਹ ਬਚਨ ਸੰਵਾਦ ਵਾਲੇ ਲਿਖੇ ਹੋਏ ਹਨ। 405 ਚਰਿਤਰ ਸਮਾਪਤ। ਇਸ ਗ੍ਰੰਥ ਵਿੱਚ 405 ਚਰਿੱਤਰ ਕੌਤਕ ਮਹਾਰਾਜ ਸਾਹਿਬ ਜੀ ਨੇ ਬੀਬੀਆਂ ਦੇ ਤੇ ਇਸੇ ਪ੍ਰਕਾਰ ਮੰਤਰੀ ਤੇ ਭੂਪ ਰਾਜੇ ਦੇ ਲਿਖਣਾ ਕੀਤੇ ਹਨ। ਮਸਤ ਸੁਭ ਮਸਤ ਅਫਜੂ। ਆ ਮਸਤ ਸੁਭ ਮਸਤ ਚੰਗੇ ਸਮੇਂ ਇਹ ਜਿਹੜਾ ਗ੍ਰੰਥ ਹੈ ਸੰਪੂਰਨ ਹੋਇਆ ਹੈ। ਅਫਜੂ ਤਥਾ ਅਥਵਾ, ਇਸ ਤੋਂ ਅੱਗੇ ਹੋਰ ਵੀ ਇਹਦਾ ਇਹ ਭਾਵ ਹੈ, ਆਪ ਜੀ ਕਿਰਪਾ ਕਰਦੇ ਹਨ। ਦੋਹਰਾ ਉਚਾਰ ਕੇ ਹੋਰ ਕਿਰਪਾ ਕਰਦੇ ਹਨ। ਦਾਸ ਜਾਣ ਕਰ ਦਾਸ ਪਰ। ਅਕਾਲ ਪੁਰਖ ਨਿਰੰਕਾਰ ਨੂੰ ਸੰਬੋਧਨ ਕਰਕੇ ਕਲਗੀਧਰ ਪਿਤਾ ਮਹਾਰਾਜ ਸਾਹਿਬ ਕਹਿੰਦੇ ਹੈ, ਮੈਨੂੰ ਆਪਣਾ ਦਾਸ ਜਾਣ ਕਰਕੇ ਤੇ ਆਪਣੇ ਦਾਸ ਪਰ ਕੀਜੈ ਕਿਰਪਾ ਪਾਰ। ਕਿਰਪਾ ਕਰੋ ਮਹਾਰਾਜ ਸਾਹਿਬ, ਕਿੰਨੀ ਕੁ ਅਪਾਰ, ਪਾਰਾਵਾਰ ਤੋਂ ਰਹਿਤ ਬਹੁਤੀ ਕਿਰਪਾ ਕਰੋ, ਬਹੁਤੀ ਬਖਸ਼ ਕਰੋ। हे ਅਕਾਲ ਪੁਰਖ ਨਿਰੰਕਾਰ, ਮੈਂ ਤੁਹਾਡਾ ਦਾਸ ਹਾਂ। ਆਪ ਹੱਥ ਦਾ ਰਾਖ ਮੋਹਿ। ਆਪ ਹੱਥ ਦੇ ਕਰਕੇ ਮਹਾਰਾਜ ਸਾਹਿਬ ਮੈਨੂੰ ਹਰ ਮਾੜੇ ਕੰਮ ਤੋਂ, ਹਰ ਮਾੜੀ ਸੋਚਣੀ ਤੇ ਕਰਨੀ ਤੋਂ ਕਿਰਪਾ ਕਰਕੇ ਮੋਹਿ ਮੈਨੂੰ ਰੱਖ ਲਿਓ। ਮਨ ਕਰਮ ਬਚਨ ਵਿਚਾਰ। ਮੈਂ ਮਨ ਕਰਕੇ ਵੀ ਤੇ ਕਰਮ ਕਰਕੇ ਵੀ ਤੇ ਬਚਨਾ ਕਰਕੇ ਵੀ ਵਿਚਾਰ ਲਓ ਮਹਾਰਾਜ ਸਾਹਿਬ, ਤੁਹਾਡਾ ਸਿੱਖ ਹਾਂ, ਤੁਹਾਡਾ ਦਾਸ ਹਾਂ, ਕਿਸੇ ਹੋਰ ਦਾ ਨਹੀਂ। ਕਈ ਜੀਵ ਸਰੀਰ ਕਰਕੇ ਗੁਰੂ ਕੇ ਬਣ ਜਾਂਦੇ ਆ, ਪਰ ਮਨ ਕਰਕੇ ਨਹੀਂ, ਜਾਂ ਬਚਨਾ ਕਰਕੇ ਉੱਕੋ ਉੱਪਰੋਂ ਬਣ ਜਾਂਦੇ ਆ। ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ। ਉੱਪਰੋਂ ਉੱਪਰੋਂ ਪ੍ਰੇਮ ਵਾਲੀਆਂ ਗੱਲਾਂ ਫਿਰ ਮੈਂ ਤੇਰਾ ਅੰਦਰੋਂ ਕੁਟਲਤਾਈ ਹੁੰਦੀ ਹੈ। ਇਸ ਕਰਕੇ ਮਹਾਰਾਜ ਸਾਹਿਬ ਜੀ ਮਨ ਕਰਕੇ ਵੀ, ਬਚਨਾ ਕਰਕੇ ਵੀ, ਕਰਮ ਕਰਕੇ ਵੀ, ਹੋਰ ਕਿਸੇ ਦਾ ਆਸਰਾ ਨਹੀਂ। ਵਿਚਾਰ ਨਾ ਕਰੋ, ਅਸੀਂ ਤੁਹਾਡੇ ਹਮਾਰਾ ਆਪਣੇ ਜਾਣ ਕੇ ਕਿਰਪਾ ਕਰਿਓ, ਚਰਨੀ ਲਾ ਕੇ ਰੱਖਿਓ। ਚੌਪਈ ਚੌਪੀ ਉਚਾਰ ਕੇ ਹੋਰ ਬਖਸ਼ ਕਰਦੇ ਹਨ। ਮੈਂ ਨ ਗਣੇਸ਼ ਪ੍ਰਥਮ ਮਨਾਉ। ਮਹਾਰਾਜ ਸਾਹਿਬ ਜੋ ਗਣੇਸ਼ ਦੇਵਤਾ ਮੈਂ ਉਸ ਨੂੰ ਨਹੀਂ ਮਨਾਉਂਦਾ, ਕਿਉਂਕਿ ਦੁਨੀਆ ਦੇ ਲੋਕ ਬੜੇ ਚਿਰ ਦੀ ਗੱਲ ਹੈ, ਸਤਿਯੁਗ ਦੀ, ਗਣੇਸ਼ ਦੇਵਤੇ ਨੂੰ ਮਨਾਉਂਦੇ ਆ। ਕਿਵੇਂ ਮਨਾਉਂਦੇ ਆ? ਕਾਰਜ ਦੀ ਸਫਲਤਾ ਵਾਸਤੇ ਉਹਦੇ ਨਾਂ ਦਾ ਤੇਲ ਚੋ ਲੈਂਦੇ ਆ, ਕਿਉਂਕਿ ਰਿੱਧ ਦਾ ਸਿੱਧਾ ਇਹਦੀਆਂ ਪਤਨੀਆਂ ਸਨ ਤੇ ਹਰ ਇੱਕ ਨੂੰ ਰਿੱਧੀਆਂ ਸਿੱਧੀਆਂ ਦੀ ਮਾਇਆ ਦੀ ਲੋੜ ਹੈ, ਕਾਰਜ ਸਫਲਤਾ ਦੀ ਲੋੜ ਹੈ, ਤਾਂ ਬਹੁਤਾ ਮਨਾਉਂਦੇ ਆ। ਇਹ ਸ਼ਿਵਾਂ ਦਾ ਪੁੱਤਰ ਭਾਵ ਤੇ ਪਾਰਵਤੀ ਦਾ ਪੁੱਤਰ ਮੰਨਿਆ। ਸੋ ਹਾਥੀ ਦੇ ਸਿਰ ਵਾਲਾ ਹੋਰ ਵੀ ਦੇਵਤੇ ਸਨ। ਇੱਕ ਵਾਰੀ ਦੇਵਤਿਆਂ ਦੀ ਸਭਾ ਇਕੱਤਰ ਹੋਈ ਤੇ ਇਹਨਾਂ ਨੇ ਆਪਸ ਵਿੱਚ ਸਲਾਹ ਕੀਤੀ, ਮੀਟਿੰਗ ਕੀਤੀ ਕਿ ਸਾਨੂੰ ਇੱਕ ਨੂੰ ਮੁਖੀ ਹੋ ਜਾਣਾ ਚਾਹੀਦਾ, ਦੂਜੇ ਉਹਦੇ ਅਨੁਸਾਰ ਹੀ ਚੱਲੀਏ। ਕਹਿੰਦੇ ਇਸ ਗੱਲ ਦੀ ਪਰਖ ਕਿਵੇਂ ਹੋਵੇ? ਸ਼ਿਵਾ ਕੋਲ ਆਏ ਤੇ ਸ਼ਿਵਾ ਨੇ ਇਹ ਫੈਸਲਾ ਦਿੱਤਾ, ਆਪੋ ਆਪਣੇ ਵਾਹਨ ਤੇ, ਜੋ ਵਾਹਨ ਜਿਹਦੀ ਸਵਾਰੀ ਕਰੀ ਜਾਂਦੀ ਹੈ, ਕਿਸੇ ਦਾ ਕੋਈ ਵਾਹਨ ਤੇ ਕਿਸੇ ਦਾ ਕੋਈ, ਉਹ ਤੇ ਸਵਾਰ ਹੋ ਕੇ ਧਰਤੀ ਦੀਆਂ ਬਕਰਮਾਂ ਕਰਕੇ ਆਓ, ਚੱਕਰ ਲਾ ਕੇ ਆਓ। ਤੇ ਜਿਹੜਾ ਜਾਵੇ ਉਹ ਕੋਈ ਨਿਸ਼ਾਨੀ ਸੁੱਟਦਾ ਜਾਵੇ, ਪਤਾ ਲੱਗ ਜਾਵੇ ਕਿਹੜਾ ਪਿੱਛੇ ਰਹਿ ਗਿਆ ਜਾਂ ਕਿਹੜਾ ਅੱਗੇ ਚਲੇ ਗਿਆ ਹੈ। ਜਿਹੜਾ ਸਭ ਤੋਂ ਪਹਿਲੋਂ ਬਕਰਮਾ ਕਰ ਆਊ ਉਸ ਨੂੰ ਮੁਖੀ ਬਣਾ ਦਿੱਤਾ ਜਾਊ। ਇਹ ਆਗਿਆ ਦੇ ਕੇ ਸ਼ਿਵ ਜੀ ਸਮਾਧੀ ਸਥਿਤ ਹੋ ਗਏ ਤੇ ਆਪੋ ਆਪਣੇ ਵਾਹਨ ਤੇ ਸਵਾਰ ਹੋ ਕੇ, ਕੋਈ ਕੁੱਤੇ ਤੇ, ਕੋਈ ਘੋੜੇ ਤੇ, ਕੋਈ ਖੋਤੇ ਤੇ, ਕੋਈ ਕਿਸੇ ਵਸਤੂ ਤੇ ਵੱਖਰੇ ਵੱਖਰੇ ਵਾਹਨ ਸਨ। ਗਣੇਸ਼ ਦਾ ਵਾਹਨ ਚੂਹਾ ਮੰਨਿਆ। ਆਮ ਤੌਰ ਤੇ ਵੇਖ ਲਿਓ, ਜਿੱਥੇ ਕਲੰਦਰ ਤੇ ਗਣੇਸ਼ ਦੀ ਫੋਟੋ ਹੋਵੇਗੀ ਥੱਲੇ ਚੂਹੇ ਦੀ ਵੀ ਜ਼ਰੂਰ ਹੁੰਦੀ ਹੈ। ਇਹਦਾ ਵਾਹਨ ਮੰਨਿਆ ਤੇ ਸਵਾਰ ਕਿਵੇਂ ਹੋਇਆ ਜਾਣਦਾ ਰੱਬ। ਇਹ ਵੀ ਨਿਸ਼ਾਨੀ ਦਿੰਦਾ, ਕੋਈ ਚੌਲਾਂ ਦੀ, ਕੋਈ ਤਿਲਾਂ ਦੀ, ਕੋਈ ਸਰੋਂ ਦੀ, ਕੋਈ ਹੋਰ ਵਸਤੂ ਦੀ। ਇਹ ਵੀ ਚੱਲ ਪਿਆ, ਦੂਜੇ ਵੀ ਚੱਲ ਪਏ। ਦੂਜਿਆਂ ਦੇ ਵਾਹਨ ਤਗੜੇ ਸਨ ਤੇ ਉਹ ਆਪ ਵੀ ਤਗੜੇ ਸਨ, ਅੱਗੇ ਚਲੇ ਗਏ। ਇਹ ਵਿਚਾਰਾ ਕਮਜ਼ੋਰ ਸੀ ਤੇ ਵਾਹਨ ਵੀ ਕਮਜ਼ੋਰ ਸੀ, ਰਸਤਿਓਂ ਹੀ ਮੋੜਿਆ ਆਇਆ। ਸੋ ਆ ਕੇ ਆਪਣੀ ਮਾਤਾ ਪਾਰਵਤੀ ਕੋਲ ਰੋਈ ਜਾਂਦਾ, ਪੁੱਤਰ ਕਿਉਂ ਰੋਣਾ ਹੈ? ਮਾਤਾ ਮੈਂ ਚਾਹੁੰਦਾ ਸਭ ਦਾ ਮੁਖੀ ਬਣ ਜਾਵਾਂ, ਮੇਰੀ ਪੂਜਾ ਹੋਇਆ ਕਰੇ, ਪਰ ਮੈਂ ਮਾੜਾ ਕਮਜ਼ੋਰ ਹੈ, ਵਾਹਨ ਵੀ ਮਾੜਾ, ਰਸਤੇ ਚੋਂ ਮੁੜਿਆ ਆਇਆ, ਵੀ ਹਾਰ ਹੀ ਹੋਣੀ ਹੈ, ਕੀ ਪੈਂਡਾ ਮਾਰਨਾ ਹੈ। ਕਹਿੰਦੀ ਪੁੱਤਰ ਤੈਨੂੰ ਭੁਲੇਖਾ ਹੈ, ਰੱਬ ਦੇ ਨਾਮ ਦੇ ਬਰਾਬਰ ਕੋਈ ਦੁਨੀਆ ਦੀ ਵਸਤੂ ਨਹੀਂ। ਤੈਨੂੰ ਪਰਮੇਸ਼ਰ ਦਾ ਨਾਮ ਲਿਖ ਦਿੰਨੀ ਹੈ, ਆਪਣੇ ਵਾਹਨ ਤੇ ਸਵਾਰ ਹੋ ਕੇ ਤੇ ਨਾਮ ਦੀਆਂ ਬਕਰਮਾਂ ਕਰੀ ਚੱਲ ਤੇ ਆਪਣੀ ਨਿਸ਼ਾਨੀ ਛੁੱਟੀ ਚੱਲ, ਤੈਨੂੰ ਜਿੱਤ ਮਿਲ ਜਾਊ। ਇਸੇ ਤਰ੍ਹਾਂ ਹੀ ਭਾਵ ਕਰੀ ਗਿਆ, ਜਦ ਪੈਰ ਤੇ ਲੱਗੇ ਹੋਏ, ਨਿਸ਼ਾਨੀ ਵੀ ਖਿਲਰੀ ਹੋਈ, ਗਿਆ ਤੇ ਨਹੀਂ। ਦੂਜੇ ਦੇਵਤੇ ਆਏ ਤੇ ਪਹਿਲੋਂ ਬੈਠਾ ਸੀ,
ਸਾਰਿਆਂ ਨੇ ਮੰਨ ਲਿਆ ਵੀ ਇਹ ਗਣੇਸ਼ ਪਹਿਲੋਂ ਆ ਗਿਆ ਤੇ ਇਹ ਵੱਡਾ ਮੁਖੀ ਹੈ। ਸ਼ਿਵਾ ਨੇ ਇਸ ਨੂੰ ਮੁਖੀ ਬਣਾ ਦਿੱਤਾ। ਤੇ ਦੁਨੀਆ ਦੇ ਲੋਕ ਜਦੋਂ ਕੋਈ ਕੰਮ ਕਰਨਾ ਹੁੰਦਾ ਗਣੇਸ਼ ਦਾ ਤੇਲ ਚੋ ਲੈਂਦੇ ਨੇ, ਪਰ ਗੁਰੂ ਘਰ ਨਹੀਂ, ਗੁਰੂ ਕੇ ਸਿੱਖ ਨਹੀਂ, ਕਿਉਂ ਗੁਰੂ ਕੇ ਬਚਨ ਨੇ। ਸੋ ਦੇਵੀ ਦੇਵਾ ਪੂਜੀਏ ਪਾਈ, ਕਿਆ ਮੰਗੂ ਕਿਆ ਦੇ, ਪਾਹਣ ਨੀਰ ਪਖਾਲੀਏ ਪਾਈ, ਜਲ ਮੈਂ ਡੂਬੇ ਤੇ। ਕਲਗੀਧਰ ਜੀ ਕਹਿੰਦੇ ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਣ ਨਾ ਜਾਈ, ਤ੍ਰਿਸ਼ਨਾ ਰਾਚ ਨਾ ਪਰ ਕਰ ਜਾਵਾਂ, ਤ੍ਰਿਸ਼ਨਾ ਨਾਮ ਬਜਾਈ। ਹਰੀ ਤੋਂ ਬਿਨਾ ਹੋਰ ਕਿਸੇ ਦੀ ਪੂਜਾ ਨਹੀਂ ਕਰਨੀ, ਇੱਕ ਅਕਾਲ ਪੁਰਖ ਦੀ ਪੂਜਾ ਕਰਨੀ ਹੈ। ਪਤਾ ਨਾ ਹੋਣ ਦੇ ਕਾਰਨ ਕਈ ਵਾਰੀ ਘਰ ਵਿੱਚ ਮਹਾਰਾਜ ਸਾਹਿਬ ਦਾ ਸਰੂਪ ਲੈ ਕੇ ਜਾਂਦੇ ਆ ਤੇ ਬੀਬੀਆਂ ਤੇਲ ਚੋਣ ਲੱਗ ਜਾਂਦੀਆਂ। ਸਾਹਿਬ ਗੁਰੂ ਗ੍ਰੰਥ ਸਾਹਿਬ ਅਕਾਲ ਪੁਰਖ ਦਾ ਸਰੂਪ ਨੇ, ਗੁਰੂਆਂ ਦੇ ਗੁਰੂ ਨੇ, ਤੇ ਪੂਜਾ ਦੇਵਤੇ ਦੀ। ਇਹ ਗੱਲ ਤਾਂ ਬਣਦੀ ਨਹੀਂ, ਪਰ ਗਿਆਨ ਜੂ ਨਾ ਹੋਇਆ। ਵੇਖੋ ਵੇਖੀ ਇਹ ਰੀਸ ਕਰੀ ਜਾਂਦੇ ਹਨ, ਬਿਲਕੁਲ ਕਰਨ ਦੀ ਲੋੜ ਨਹੀਂ। ਸੋ ਗਣੇਸ਼ ਦੇਵਤਾ ਗੁਰੂ ਅਮਰਦਾਸ ਦੇ ਚਰਨਾਂ 'ਚ ਹਾਜ਼ਰ ਹੋਇਆ ਸੀ ਗੋਇੰਦਵਾਲ ਸਾਹਿਬ। ਜੇ ਤੁਹਾਡੀ ਸਿੱਖੀ ਮੇਰੀ ਪੂਜਾ ਨਹੀਂ ਕਰਦੀ, ਹੋਣ ਦਿਓ। ਹਜ਼ੂਰ ਕਹਿੰਦੇ ਨਹੀਂ, ਸਿੱਖੀ ਦੇਵਤਿਆਂ ਦੀ ਪੁਜਾਰੀ ਨਹੀਂ, ਕਾਲ ਪੁਰਖ ਦੀ ਪੁਜਾਰੀ। ਜੇ ਮੇਰਾ ਆਇਆ ਸਫਲਾ ਹੋਊ, ਕਹਿੰਦੇ ਜ਼ਰੂਰ ਤੇਰੀ ਪੂਜਾ ਕਰਵਾ ਦਿੰਦੇ। ਸਾਡੇ ਘਰ 'ਚ ਜਨਮ ਲਏ ਪੁੱਤਰ ਮੋਹਰੀ ਤੇ ਪੋਤਰਾ ਨੰਦ ਨਾਮੇ, ਉਹਨਾਂ ਦੇ ਘਰ ਇਹ ਪ੍ਰਗਟ ਹੋਇਆ। ਗੋਦੀ 'ਚ ਲੈ ਕੇ ਨੰਦ ਸਾਹਿਬ ਦੀ ਬਾਣੀ ਉਚਾਰ ਕੇ ਨੰਦ ਹੀ ਉਹਦਾ ਨਾਂ ਰੱਖ ਦਿੱਤਾ। ਤੋ ਸਿੱਖਾਂ ਨੂੰ ਹੁਕਮ ਲਾਤਾ, ਕੋਈ ਵੀ ਕਾਰਜ ਕਰਨਾ ਹੋਵੇ ਦੇਵਤੇ ਮਨਾਉਣ ਦੀ ਲੋੜ ਨਹੀਂ, ਤੇਲ ਚੋਣ ਦੀ ਲੋੜ ਨਹੀਂ, ਬਸ ਆਨੰਦ ਸਾਹਿਬ ਪੜ੍ਹ ਲਿਆ ਕਰੋ। ਮੂਏ ਹੀ ਸਿੱਖ ਬਾਂਧਵ ਕੋ ਰੋਬਤ ਨਹਿ, ਕੜਾਹ ਕਰਾਵੇ ਆਨੰਦ ਪਰੇ ਸਭ ਸੋਗ ਤਜੇ ਸਿੱਖ। ਕੀਤੇ ਨਾਰਨਾ ਸ਼ਬਦ ਭਰਾਵੇ, ਵੇਦ ਕੀਰਤ ਕੋ ਤਿਆਗ ਕਰੇ ਨ ਕਿਰਿਆ ਮਾਨ ਸਿੱਖ ਸੜਾਵੇ। ਨਾਲ ਇਹ ਵਰ ਦੇ ਦਿੱਤੇ, ਇਹ ਬਾਣੀ ਸੁੰਦਰ ਗੁਣ ਭਰੀ, ਪੜੇ ਸੁਣੇ ਪਾਏ ਜੋ ਕਾਮਨਾ ਧਰੀ, ਨਿਤ ਸਪੰਨ ਕੇ ਨੇਮ ਨਿਵਾਹੇ, ਅਲੱਭ ਨ ਵਸ ਹੋਏ ਜੇ ਚਾਹੇ, ਰਚੀ ਹਰ ਸਿੱਖਨ ਕਲਿਆਣ, ਪੜੇ ਸੁਣੇ ਸੁਖ ਲਹੇ ਮਹਾਨ। ਸਭ ਕਾਰਜ ਕੀ ਸਿੱਧੀ ਦੇਤ, ਜੋ ਸੁਧਾਰੇ ਪ੍ਰੇਮ ਸਮੇਰ, ਸਭ ਮੰਗਲ ਕੇ ਆਦ ਭਰੀਜੈ, ਪੂਰਨ ਹੋਏ ਨਿਰਵਿਘਨ ਹੀ ਜੈ। ਮੋਏ ਹੀ ਸਿਖ ਬਾਂਧਵ ਕੋ ਰੋਬਤ ਨਹਿ, ਕੜਾਹ ਕਰਾਵੇ ਤੋ ਭਾਵ ਹੈ। ਜੇ ਕੋ ਸਰੀਰ ਛੱਡ ਗਿਆ, ਕੜਾਹ ਪ੍ਰਸ਼ਾਦੀ ਦੇਖ ਕਰੋ ਤੇ ਆਨੰਦ ਸਾਹਿਬ ਦਾ ਪਾਠ ਕਰੋ। ਤੇ ਜੇ ਕਿਸੇ ਜਨਮ ਲੈ ਲਿਆ ਤਾਂ ਵੀ ਦੇਖ ਕਰੋ ਤੇ ਆਨੰਦ ਸਾਹਿਬ ਦਾ ਪਾਠ ਕਰੋ। ਜੇ ਵਿਆਹ ਸ਼ਾਦੀ ਦੇ ਤਾਂ ਵੀ ਪਾਠ ਆਰੰਭ ਤੇ ਆਨੰਦ ਸਾਹਿਬ ਦਾ ਪਾਠ, ਭੋਗ ਤੇ ਆਨੰਦ ਸਾਹਿਬ ਦਾ ਪਾਠ। ਕਿਸੇ ਦੇਵਤੇ ਨੂੰ ਮਨਾਉਣ ਦੀ ਪੂਜਾ ਨਹੀਂ, ਵਿਘਨ ਤੁਹਾਨੂੰ ਕੋਈ ਨਹੀਂ ਲੱਗੂ। ਵਿਘਨ ਨਾ ਕੋਈ ਲਾਗਤਾ, ਗੁਰ ਪਹਿ ਅਰਦਾਸ, ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ। ਕੋਟ ਵਿਘਨ ਦਿਸ ਲਾਗਰੇ, ਜਿਸ ਨੂੰ ਵਿਸਰੇ ਨਾਉ, ਨਾਨਕ ਆਂਦਨ ਬਿਲਪਦੇ ਜੋ ਸੁਣਜੇ ਕਰ ਕਾਉ। ਇਸ ਤਰ੍ਹਾਂ ਗੁਰੂ ਪਿਆਰਿਓ, ਇਹ ਗਣੇਸ਼ ਦੇਵਤੇ ਦੇ ਮੁਤਲਕ ਪੰਕਤੀਆਂ ਨੇ। ਸ਼ਾਇਦ ਕਈਆਂ ਨੇ ਪਹਿਲੇ ਨਹੀਂ ਸੁਣੀਆਂ ਹੋਣੀਆਂ, ਤੇ ਪਤਾ ਨਾ ਹੋਣ ਦੇ ਕਾਰਨ ਭੱਠੀ ਪੁੱਟਣੀ ਹੈ, ਤੇਲ ਚੋਲੋ। ਕਿਸੇ ਮੁੰਡੇ ਕੁੜੀ ਨੇ ਗਾਹ ਬਾਹਰ ਅੰਦਰ ਜਾਣਾ, ਤੇਲ ਚੋਲੋ। ਪ੍ਰਾਹੁਣਾ ਆ ਗਿਆ, ਤੇਲ ਚੋਲੋ। ਗਣੇਸ਼ ਦੀ ਪੂਜਾ ਕਰੀ ਚੱਲੋ, ਨਾਲ ਚੂਹੇ ਦੀ ਵੀ ਕਰੀ ਚੱਲੋ। ਕੀ ਮਿਲੂ ਤੁਹਾਨੂੰ? ਦੇਵੀ ਦੇਵਾ ਪੂਜੀਏ ਭਾਈ, ਕਿਆ ਮੰਗੂ ਕਿਆ ਦੇ, ਕੀ ਬੂਝੀਆਂ ਨੂੰ ਕੀ ਦੇਣਗੇ, ਇਹਨਾਂ ਕੋਲ ਕੀ ਹੈ। ਇਹ ਬਾਣੀ ਦਾ ਖੰਡਨ ਹੈ। ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੇ, ਬਲਦ ਚੜੇ ਡੌਰੂ ਧਮਕਾਵੇ, ਮਹਾਮਾਈ ਕੀ ਪੂਜਾ ਕਰੇ, ਨਰ ਸੇ ਨਾਰ ਹੋਏ ਉਤਰੇ। ਤੂੰ ਕਹੀਅਤ ਹੀ ਆਦ ਭਵਾਨੀ, ਮੁਕਤ ਕੀ ਬਰੀਆ ਕਹਾਂ ਛੁਪਾਨੀ। ਭੈਰੋਂ ਭੂਤ ਸੀਤਲਾ ਧਾਵੇ, ਖਰ ਬਾਹਰੋ ਛਾਰ ਉਡਾਵੇ। ਹਉ ਤਾਂ ਏਕ ਰਮਈਆ ਲੈ ਹੋ, ਆਨ ਦੇਵ ਬਦਲਾਵਨ ਲੈ ਹੋ। ਭਗਤ ਜੀ ਕਹਿੰਦੇ ਬਦਲਤੇ ਦੇਵਤੇ ਸਾਰੇ ਛੱਡ ਦਿੱਤੇ ਨੇ, ਇੱਕੋ ਕਰਮੇ ਹੋਏ ਪਰਮੇਸ਼ਰ ਦਾ ਨਾਮ ਹੀ ਲਵਾਂਗੇ। ਸਾਰੀਆਂ ਪੂਜਾ ਵਿੱਚੇ ਆ ਜਾਣਗੀਆਂ, ਵਿਘਨ ਲੱਗੂ ਕੋਈ ਨਾ। ਜਦੋਂ ਉਸ ਅਕਾਲ ਪੁਰਖ ਦੇ ਚਰਨਾਂ ਅਰਦਾਸ ਕਰ ਲਈ, ਬੇਨਤੀ ਕਰ ਲਈ, ਯਾਦ ਰੱਖਿਓ ਇਹਨਾਂ ਪੰਕਤੀਆਂ ਨੂੰ ਪੜ੍ਹਦੇ ਵੀ ਆ ਤੇ ਸੁਣਦੇ ਵੀ ਆ ਤੇ ਤੇਲ ਵੀ ਚੋਈ ਜਾਂਦੇ ਆ। ਹੈ ਲੋੜ ਸਿੱਖਾਂ ਨੂੰ? ਬਿਲਕੁਲ ਨਹੀਂ, ਕਿਸੇ ਨੂੰ ਵੀ ਲੋੜ ਨਹੀਂ। ਸੋ ਆਪ ਜੀ ਕਹਿੰਦੇ ਮੈਂ ਨਾ ਗਣੇਸ਼ ਪ੍ਰਥਮ ਮਨਾਉ, ਪ੍ਰਥਮ ਨਾਮ ਪਹਿਲੇ ਦਾ, ਪਹਿਲੇ ਗਣੇਸ਼ ਮਨਾਉਣ ਦੀ ਪੂਜਣ ਦੀ ਮੈਨੂੰ ਲੋੜ ਨਹੀਂ। ਗੁਰੂ ਨੂੰ ਤੇ ਸਾਡੇ ਗੁਰੂ ਦੇ ਸਿੱਖਾਂ ਨੂੰ ਕਿਵੇਂ ਲੋੜ ਪੈ ਗਈ? ਜਿਹੜੇ ਗੁਰੂ ਕੇ ਸਿੱਖ ਕਹਾਉਂਦੇ ਆ, ਗੁਰੂ ਗ੍ਰੰਥ ਸਾਹਿਬ ਨੂੰ ਸੀਸ ਝੁਕਾਉਂਦੇ ਆ, ਉਹਨਾਂ ਨੂੰ ਵੀ ਪ੍ਰਥਮ ਗਣੇਸ਼ ਮਨਾਉਣ ਦੀ ਲੋੜ ਨਹੀਂ ਤੇ ਤੇਲ ਚੋਣ ਦੀ ਲੋੜ ਨਹੀਂ। ਇਸ ਗੱਲ ਨੂੰ ਪੱਲੇ ਬੰਨ੍ਹ ਕੇ ਖੜਨਾ ਹੈ ਤੇ ਦੂਜਿਆਂ ਨੇ ਵੀ ਦੱਸਣਾ ਹੈ ਕਿ ਆਪਾਂ ਭੁਲੇਖੇ ਵਿੱਚ ਹੈ, ਅਗਿਆਨਤਾ ਵਿੱਚ ਹੈ, ਸਮਝ ਨਹੀਂ ਸਾਨੂੰ। ਇਸ ਪ੍ਰਕਾਰ ਮੈਂ ਨਾ ਗਣੇਸ਼ ਪ੍ਰਥਮ ਮਨਾਉ, ਹਜ਼ੂਰ ਕਹਿੰਦੇ ਹਨ। ਕਿਸਣ ਬਿਸਣ ਕਬਹੁ ਨਹਿ ਧਿਆਉ। ਤੇ ਦੁਨੀਆ ਦੇ ਲੋਕ ਬਹੁ ਗਿਣਤੀ ਪਰਮੇਸ਼ਰ ਦੀ ਪੂਜਾ ਛੱਡ ਕੇ ਹਰੇ ਕ੍ਰਿਸ਼ਨਾ ਹਰੇ ਰਾਮਾ 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 ਹਰੇ ਹਰੇ ਬੜਾ ਜਾਪ ਕਰਦੇ ਨੇ। ਇਹ ਜਾਪ ਆਰੰਭ ਕਿੱਥੋਂ ਹੋਇਆ? ਕ੍ਰਿਸ਼ਨ ਭਗਵਾਨ ਖੜਗ ਸਿੰਘ ਨਾਮੇ ਰਾਜਾ ਹੈ, ਬੜਾ ਸੂਰਮਾ ਹੈ, ਉਹਦੇ ਸਾਹਮਣੇ ਕੋਈ ਨਹੀਂ ਹੋ ਸਕਦਾ। ਕ੍ਰਿਸ਼ਨ ਭਗਵਾਨ ਅਵਤਾਰ ਸੀ, ਸਾਹਮਣੇ ਹੋਇਆ ਲੜਨ ਵਾਸਤੇ। ਕੇਸਾਂ ਤੋਂ ਫੜ ਕੇ ਪਟਕਾ ਕੇ ਪੈਰਾਂ ਵਿੱਚ ਸੁੱਟ ਲਿਆ। ਖੜਗ ਸਿੰਘ ਨੇ ਇੰਨਾ ਬਲੀ ਸੀ,
ਕਹਿੰਦਾ ਤੈਨੂੰ ਮਾਰਨ ਨੂੰ ਜੀ ਨਹੀਂ ਕਰਦਾ, ਤੂੰ ਸੋਹਣਾ ਬੜਾ ਲੱਗਦਾ, ਅਵਤਾਰ ਜੂ ਸੀ, ਜੇ ਤੈਨੂੰ ਮਾਰਤਾ ਮੇਰੇ ਸਾਹਮਣੇ ਕੌਣ ਹੋਊ। ਸੋ ਇਸ ਪ੍ਰਕਾਰ ਹਾਰ ਹੁੰਦੀ ਰਹੀ। ਕਹਿਣ ਲੱਗਾ ਵੀ ਤੂੰ ਕੁਝ ਦਾਨੀ ਵੀ ਹੈ? ਕਹਿੰਦਾ ਹਾਂ ਮੈਂ ਦਾਨੀ ਵੀ ਹਾਂ। ਕਿੰਨਾ ਕੁ ਦਾਨੀ ਹੈ? ਕੋਈ ਮੰਗਤਾ ਬਣ ਕੇ ਮੰਗੇ ਤੇ ਮੈਂ ਸਿਰ ਤੱਕ ਵੀ ਦੇ ਦਿੰਦਾ, ਏਡਾ ਦਾਨੀ ਹੈ ਖੜਗ ਸਿੰਘ। ਕਹਿੰਦਾ ਫਿਰ ਮੈਂ ਮੰਗਤਾ ਮੈਨੂੰ ਹੀ ਦੇ ਦੇ। ਕਹਿੰਦਾ ਚੰਗਾ ਦੇ ਦਿੰਦਾ, ਲੈ ਲਾ ਸਿਰ। ਜੇ ਤੂੰ ਮੰਗਤਾ ਬਣਿਆ ਤੇ ਸਿਰ ਦੇ ਦਿੱਤਾ। ਉਸ ਮੌਕਾ ਫੌਜ ਕਹਿਣ ਲੱਗੀ ਕ੍ਰਿਸ਼ਨ ਦੀ ਜੈ, ਕ੍ਰਿਸ਼ਨ ਦੀ ਜੈ। ਮਰਿਆ ਉੱਠ ਕੇ ਖੜਾ ਹੋ ਗਿਆ। ਮੰਗਤਾ ਬਣ ਕੇ ਸਿਰ ਲੈ ਲਿਆ ਤੇ ਕਹਿੰਦੇ ਕ੍ਰਿਸ਼ਨ ਦੀ ਜੈ। ਤਾਂ ਸਰੀਰ ਛੱਡੂ, ਕਹੋ ਹਰੇ ਕ੍ਰਿਸ਼ਨਾ ਹਰੇ ਕ੍ਰਿਸ਼ਨਾ। ਇੱਕ ਪੈਰ ਰੱਟ ਲਵਾਇਆ, ਹਰੇ ਕ੍ਰਿਸ਼ਨਾ ਦਾ ਲਾਉਣਾ ਪਿਆ। ਉਥੋਂ ਜਾਪ ਆਰੰਭ ਹੋਇਆ ਤੇ ਕ੍ਰਿਸ਼ਨ ਦਾ ਨਾਂ ਲੈ ਲਓ, ਚੰਗੀ ਗੱਲ ਹੈ, ਅਵਤਾਰ ਜੂ ਹੋਇਆ। ਖਾ ਗੁਰਮੁਖੋ, ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਵੀ ਗੁਰੂ ਵਾਲੇ ਬਣਨ ਤੋਂ ਪਹਿਲਾਂ ਹਰੇ ਕ੍ਰਿਸ਼ਨਾ ਹਰੇ ਰਾਮਾ ਹੀ ਜਪਿਆ ਕਰਦੇ ਸੀ। 21 ਵਾਰੀ ਗੰਗਾ ਨਹਾਤਾ, ਗਿਆਨ ਨਹੀਂ ਸੀ ਉਦੋਂ। ਜਦੋਂ ਗੁਰੂ ਅੰਗਦ ਸਾਹਿਬ ਦੀ ਚਰਨੀ ਲੱਗੇ, ਚਰਨ ਪੌੜ ਲੈ ਲਈਏ, ਫਿਰ ਇਹ ਜਾਪ ਛੱਡ ਕੇ ਮੂਲ ਮੰਤਰ ਗੁਰਮਤਿ ਜਪਿਆ, ਫਿਰ ਪ੍ਰਾਪਤੀ ਹੋਈ। ਪੰਕਤੀਆਂ ਹੋਰ ਅੱਗੇ ਆਈ ਜਾਂਦੀਆਂ। ਬੇਨਤੀ ਕੀਤੀ ਹੈ ਪਰ ਜਿਹੜੇ ਗੁਰੂ ਕੇ ਸਿੱਖ ਨੇ, ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ, ਉਹਨਾਂ ਨੂੰ ਕਿਸੇ ਅਵਤਾਰਾਂ, ਪੈਗੰਬਰਾਂ, ਦੇਵਤਿਆਂ ਦਾ ਨਾਮ ਮਾੜੀ ਗੱਲ ਨਹੀਂ, ਪਰ ਮੂਲ ਮੰਤਰ ਤੇ ਗੁਰਮੰਤਰ ਕਾਰਪੁਰਖ ਦਾ ਨਾਮ ਵੀ ਮਿਲ ਗਿਆ। ਇਹਦਾ ਨਾਮ ਜਾਪ ਕਿਉਂ ਨਹੀਂ? ਜਿੰਨਾ ਮਰਜ਼ੀ ਕਰ ਦੋ, ਵਿਘਨਾਂ ਦੇ ਨਾਸ਼ ਕਰਨ ਵਾਲਾ ਇਹੀ ਜਾਪ ਹੈ, ਸਿਮਰਨ ਹੈ। ਸੋ ਇਸ ਪ੍ਰਕਾਰ ਆਪ ਜੀ ਕਹਿੰਦੇ ਸਾਹਾ ਗਣੇ ਨਾ ਕਰੇ ਵਿਚਾਰ, ਸਾਹੀ ਉੱਪਰ ਇੱਕ ਓੰਕਾਰ। ਕੋਈ ਵਿਚਾਰ ਨਾ ਕਰੇ ਦੇਵਤੇ ਮਨਾਉਣ ਦੀ, ਅਰਦਾਸ ਕਰ ਲੈ ਤੇ ਇੱਕੋ ਓੰਕਾਰ ਉੱਪਰ ਲਿਖ ਲੈ, ਪਾ ਲੈ, ਵਿਘਨ ਨਾਸ਼ ਹੋ ਜਾਣਗੇ। ਇਹ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਹੈ, ਯਾਦ ਰੱਖਿਓ। ਇਵੇਂ ਆਪ ਜੀ ਕਹਿੰਦੇ ਹਨ, ਕਾਨ ਸੁਣੇ ਪਹਿਚਾਨ ਨਾ ਤਿਨ ਸੋ। ਕਿਸ਼ਨ ਭਗਵਾਨ ਤਤਾ ਤੇ ਵਿਸ਼ਨੂੰ ਭਗਵਾਨ ਆਦਿਕ। ਸੋ ਮੈਂ ਨਹੀਂ ਇਹਨਾਂ ਨੂੰ ਧਿਆਉਂਦਾ, ਮੈਨੂੰ ਧਿਆਉਣ ਦੀ ਲੋੜ ਨਹੀਂ, ਤੇ ਤੁਸੀਂ ਵੀ ਨਾ ਧਿਆਇਓ। ਕੰਨਾਂ ਨਾਲ ਸੁਣੇ ਹਨ, ਮੇਰੀ ਪਛਾਣ ਜਾਣ ਇਹਨਾਂ ਦੇ ਨਾਲ ਕੋਈ ਨਹੀਂ, ਕਿ ਮੈਂ ਇਹਨਾਂ ਦਾ ਪਾਸ਼ਕ ਨਹੀਂ। ਐਵੇਂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ, ਵੇਬ ਲਾਗੀ ਮੋਰੇ ਪੱਗ ਇਨ ਸਿਓ। ਪੱਗ ਚਰਨਾਂ ਨਾਲ ਲਿਬਰਤੀ ਲੱਗੀ ਇਨ ਜੋ ਅਕਾਲ ਪੁਰਖ ਹੈ, ਜਿਨ੍ਹਾਂ ਨੇ ਇਹਨਾਂ ਨੂੰ ਭੇਜਿਆ ਦੁਨੀਆ 'ਚ। ਸੋ ਜਿਨ੍ਹਾਂ ਨੇ, ਜਿਸ ਪਰਮੇਸ਼ਰ ਨੇ ਇਹਨਾਂ ਨੂੰ ਸ਼ਕਤੀ ਦੇ ਕੇ ਅਵਤਾਰ ਬਣਾ ਕੇ ਭੇਜਿਆ ਸ੍ਰਿਸ਼ਟੀ ਚਲਾਉਣ ਲਈ, ਮੇਰੀ ਉਹਦੇ ਚਰਨਾਂ ਨਾਲ ਤੇ ਪਾਚਿਤ ਬਿਰਤੀ ਲੱਗੀ, ਤੁਸੀਂ ਵੀ ਉਹਦੇ ਨਾਲ ਲਾਇਓ। ਮਹਾਕਾਲ ਰਖਵਾਰ ਹਮਾਰੋ। ਮਹਾਕਾਲ ਵੱਡਾ ਕਾਲ, ਕਾਲ ਕਰਨ ਵਾਲਾ ਸਭ ਤੋਂ ਮਹਾ ਵੱਡਾ, ਰਖਵਾਰੋ ਰਾਖਾ ਕਰਨ ਵਾਲਾ, ਰਾਖੀ ਕਰਨ ਵਾਲਾ, ਸਾਰੇ ਦਾ ਰਖਵਾਰਾ ਹੈ। ਮਹਾ ਲੋਹ ਮੈਂ ਕਿੰਕਰ ਥਾਰੋ। ਮਹਾ ਲੋਹ, ਲੋਹ ਤੋਂ ਭਾਵ ਲੋਹਾ, ਲੋਹੇ ਨਾਲ ਮਹਾਰਾਜ ਸਾਹਿਬ ਦਾ ਬੜਾ ਪਿਆਰ ਸੀ। ਲੋਹਾ ਤਾਂ ਹੱਦ ਬੜੀ ਸਖਤ ਮੰਨੀ ਹੈ, ਜਿਵੇਂ ਕੜਾ ਲੋਹੇ ਦਾ, ਇਸੇ ਪ੍ਰਕਾਰ ਮਹਾਰਾਜ ਸਾਹਿਬ ਨੇ ਬਾਟਾ ਲੋਹੇ ਦਾ, ਖੰਡਾ ਦੁਤਾਰਾ ਲੋਹੇ ਦਾ। ਲੋਹੇ ਦੇ ਬਰਾਬਰ ਸਟੀਲ ਨਹੀਂ, ਪਿੱਤਲ ਸੋਨਾ ਨਹੀਂ, ਕੋਈ ਹੋਰ ਦੁਨੀਆ ਦੀ ਵਸਤੂ ਨਹੀਂ। ਲੋਹੇ ਵਰਗੇ ਸਖਤ ਤੇ ਤੇਜ ਤੇ ਬਖਸ਼ਾ ਕਰਨ ਵਾਲੇ। हे ਨਿਰੰਕਾਰ ਕਾਲ ਪੁਰਖ, ਮਹਾ ਲੋਹ ਕੀ ਰੱਖਿਆ ਹਮਨੇ ਕਿੰਕਰ ਥਾਰੋ। ਮੈਂ ਕਿੰਕਰ ਥਾਰੋ, ਤੁਹਾਡਾ ਕਿੰਕਰ ਦਾਸ ਹਾਂ ਜੀ। ਆਪਣਾ ਜਾਣ ਕਰੋ ਰਖਵਾਰ। ਆਪਣਾ ਮੈਨੂੰ ਜਾਣ ਕੇ ਮਹਾਰਾਜ ਮੇਰੀ ਰਖਵਾਰੀ ਰਾਖੀ ਕਰਿਓ। ਵਾਹੇ ਗਏ ਕੀ ਲਾਜ ਵਿਚਾਰ। ਬਾਹਾਂ ਮੇਰੀ ਮਹਾਰਾਜ ਸਭ ਗਹੇ ਪਕੜੀ ਹੈ, ਤੇ ਬਾਹਾਂ ਗਹੇ ਪਕੜੀ ਦੀ ਲਾਜ ਵੀ ਵਿਚਾਰਿਓ, ਮਨ ਵਿੱਚ ਲਾਜ ਵੀ ਰੱਖਣੀ ਹੈ। ਤੁਹਾਡੀ ਚਰਨੀ ਲੱਗੇ ਤੁਹਾਂ ਸਾਡੀ ਬਾਹ ਫੜ ਲਈ ਹੈ ਮਹਾਰਾਜ ਸਾਹਿਬ। ਇਸ ਪ੍ਰਕਾਰ ਹੁਣ ਲਾਜ, ਅਸੀਂ ਤੁਹਾਡੇ ਸਰਰੂਪੀ ਬਾਹ ਫੜੀ, ਤੁਹਾਡੀ ਪ੍ਰਵਾਹ ਬਾਹ ਫੜੀ ਹੈ, ਤੁਹਾਡੇ ਲੜ ਪੱਲੇ ਲੱਗੇ। ਇਹ ਭਾਗ ਕਿਰਪਾ ਕਰਿਓ, ਵਿਚਾਰ ਕਰਿਓ। ਆਪਣਾ ਜਾਣ ਮੁਝੈ ਪ੍ਰਤਪਰੀਆ। ਮੁਝੇ ਮੈਨੂੰ ਆਪਣਾ ਜਾਣ ਕੇ ਮੇਰੀ ਪ੍ਰਤਪਾਲਣਾ ਕਰਿਓ। ਚੁਣ ਚੁਣ ਸਤਰ ਹਮਾਰੇ ਮਰੀਆ। ਜਿਹੜੇ ਮੇਰੇ ਸ਼ਤਰੂ ਦੁਸ਼ਮਣ ਨੇ, ਉਹ ਚੁਣ ਚੁਣ ਕੇ ਮਹਾਰਾਜ ਸਾਹਿਬ ਤੁਸਾਂ ਮਾਰਨੇ ਹਨ। ਵੇਗ ਤੇਗ ਜਗ ਮੈਂ ਦੋ ਚੱਲੈ। ਤੇ ਕਿਰਪਾ ਕਰਿਓ ਆਉਣ ਵਾਲੇ ਸਮੇਂ 'ਚ ਤੇ ਹੁਣ ਵੀ ਦੇਗ, ਗੁਰੂ ਕਾ ਲੰਗਰ, ਗਰੀਬਾਂ ਦੀ ਭੁੱਖ ਮਿਟਣ ਵਾਸਤੇ, ਤੇ ਤੇਗ ਜ਼ੁਲਮ ਦਾ ਨਾਸ਼ ਕਰਨ ਵਾਸਤੇ। ਇਹ ਦੋਵੇਂ ਗੱਲਾਂ ਮੇਰੀਆਂ ਚੱਲਦੀਆਂ ਰਹਿਣ, ਗੁਰੂ ਕਿਰਪਾ ਨਾਲ ਚੱਲ ਰਹੀਆਂ ਹਨ ਖਾਲਸੇ ਵਿੱਚ। ਕਿਸੇ ਮਤ ਵਿੱਚ ਦੇਗ ਤੇ ਇਹੋ ਜਿਹੀ ਨਹੀਂ ਚੱਲੀ, ਨਾ ਚੱਲੇਗੀ। ਰਾਖ ਆਪ ਮੋਹਿ ਔਰ ਨਾ ਦਲੈ। ਕਿਰਪਾ ਕਰਕੇ ਕਾਲ ਪੁਰਖ ਮੈਨੂੰ ਰੱਖ ਲਿਓ, ਔਰ ਜਣਾ ਖਣਾ ਦਲੀ ਮਲੀ ਨਾ ਫਿਰੇ।
ਐਵੇਂ ਨਾ ਇੱਧਰ ਉੱਧਰ ਤਗੜਾ ਹੋਇਆ ਫਿਰੇ। ਤੁਮ ਮਮ ਕਰੋ ਸਦਾ ਪ੍ਰਤਪਾਰਾ। ਤੁਸੀਂ ਮਮ ਮੇਰੀ ਮਹਾਰਾਜ ਸਦਾ ਪ੍ਰਤਪਾਲਣਾ ਕਰਨੀ ਹੈ। ਤੁਮ ਸਾਹਿਬ ਮੈਂ ਦਾਸ ਤਿਹਾਰਾ। ਤੁਸੀਂ ਮੇਰੇ ਸਾਹਿਬ ਮਾਲਕ ਹੋ, ਮੈਂ ਤੁਹਾਡਾ ਦਾਸ ਹਾਂ। ਜਾਣ ਆਪਣਾ ਮੁਝੇ ਨਿਵਾਜ। ਆਪਣਾ ਜਾਣ ਕੇ ਮੈਨੂੰ ਮਹਾਰਾਜ ਨਿਵਾਜ ਲਿਓ, ਕਿਰਪਾ ਕਰਕੇ ਚਰਨੀ ਲਾ ਲਿਓ। ਆਪ ਕਰੋ ਹਮਰੇ ਸਭ ਕਾਜ। ਤੁਸੀਂ ਆਪ ਹੀ ਮੇਰੇ ਇੱਕ ਦੋ ਨਹੀਂ ਸਾਰੇ ਕਾਜ ਕੰਮ ਮਹਾਰਾਜ ਤੁਸੀਂ ਹੀ ਕਰਨੇ ਆ, ਤੁਹਾਨੂੰ ਸੌਂਪੇ ਹੋਏ ਹਨ। ਤੁਮ ਹੋ ਸਭ ਰਾਜਨ ਕੇ ਤੁਸੀਂ ਰਾਜ। ਮਹਾਰਾਜ ਸਾਹਿਬ ਰਾਜਾਨ ਰਾਜ ਭਾਨਾਨ ਪਾਨ ਦੇ ਬਾਨ ਦੇ ਪਮਾ ਮਹਾਨ ਰਾਜਿਆਂ ਦੇ ਰਾਜਾ ਹੋ। ਆਪੇ ਆਪ ਗਰੀਬ ਨਿਵਾਜਾ। ਆਪੇ ਆ ਮਹਾਰਾਜ ਸਾਹਿਬ ਗਰੀਬਾਂ ਨੂੰ ਨਿਵਾਜਣ ਵਾਲੇ ਹੋ। ਦੁਨੀਆ ਦੇ ਲੋਕ ਤਾਂ ਵੱਡਿਆਂ ਨਾਲ ਸਾਂਝ ਪਾਉਂਦੇ, ਤੁਸੀਂ ਗਰੀਬਾਂ ਨਾਲ ਸਾਂਝ ਪਾਉਂਦੇ, ਗਰੀਬਾਂ ਨੂੰ ਨਿਵਾਜਦੇ ਹੋ। ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਮਤ ਨੀਚ, ਨਾਨਕ ਤਿਨ ਕੇ ਸੰਗ ਸਾਥ ਵੱਡਿਆਂ ਸਿਓ ਕਿਆ ਰੀਸ। ਗਰੀਬਾਂ ਨੂੰ ਨਿਵਾਜਣ ਵਾਲਿਓ ਤੇ ਗਰੀਬੀ ਨਾਮ ਪਾਟਿਆਂ ਵਸਤਰਾਂ ਤੇ ਟੁੱਟਿਆਂ ਜੋੜਿਆਂ ਦਾ ਨਹੀਂ, ਗਰੀਬੀ ਨਾਮ ਮਨ ਦੀ ਨਿਮਰਤਾ ਦਾ ਹੈ। ਹਜ਼ੂਰ ਕਹਿੰਦੇ ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੈ, ਨਾਨਕੀ ਹਾਂ ਮੁਕਤ ਆਗੇ ਸੁਖ ਪਾਵੈ। ਇਸ ਪ੍ਰਕਾਰ ਆ ਗਰੀਬ ਨੂੰ ਨਿਵਾਜਣ ਵਾਲੇ ਹੋ, ਮੈਨੂੰ ਗਰੀਬ ਜਾਣ ਲਿਓ ਜੀ। ਦਾਸ ਜਾਣ ਕਰ ਕਿਰਪਾ ਕਰੋ ਮੋਹੇ। ਆਪਣਾ ਦਾਸ ਜਾਣ ਕੇ ਸੇਵਕ ਜਾਣ ਕੇ ਮੋਹੇ ਮੇਰੇ ਤੇ ਕਿਰਪਾ ਬਖਸ਼ ਮਿਹਰ ਕਰਿਓ। ਹਾਰ ਪਰਾ ਮੈਂ ਆਣ ਦੁਆਰ ਤੋਹੇ। ਮਹਾਰਾਜ ਸਾਹਿਬ ਜੀ ਹਾਰ ਕੇ ਤੇ ਸਾਰੇ ਦਰ ਛੱਡ ਕੇ ਤੁਹਾਡੇ ਦਰ ਤੇ ਤੋਹੇ, ਤੁਹਾਡੇ ਦਰ ਤੇ ਮਹਾਰਾਜ ਸਾਹਿਬ ਜੀ ਆ ਕੇ ਪਿਆ ਹਾਂ। ਚਰਨੀ ਤੇ ਸ਼ਰਨੀ ਪੈਂਦੀ ਲਾਜ ਤੁਸਾਂ ਰੱਖਣੀ ਹੈ। ਆਪਣਾ ਜਾਣ ਕਰੋ ਪ੍ਰਤਪਾਰਾ। ਮੇਰੀ ਪ੍ਰਤਪਾਲਣਾ ਆਪਣਾ ਜਾਣ ਕੇ ਜ਼ਰੂਰ ਕਰਿਓ ਕਿਰਪਾ ਕਰਕੇ। ਓਮ ਸਾਹਿਬ ਮੈਂ ਕਿੰਕਰ ਥਾਰਾ। ਤੁਸੀਂ ਮੇਰੇ ਸਾਹਿਬ ਸ਼੍ਰੋਮਣੀ ਮਾਲਕ ਹੋ, ਮੈਂ ਕਿੰਕਰ ਤੁਹਾਡਾ ਦਾਸ ਥਾਰਾ ਤੁਹਾਡਾ ਦਾਸ ਹਾਂ। ਦਾਸ ਜਾਣਦਾ ਹਾਥ ਉਬਾਰੋ। ਆਪਣਾ ਦਾਸ ਜਾਣ ਕੇ ਹੱਥ ਦੇ ਕੇ ਬਾਹਰੋਂ ਬਚਾ ਲੈਣਾ ਕਰਿਓ। ਹਮਰੇ ਸਭ ਬੈਰੀ ਅਨਸੰਘਾਰੋ। ਸਾਡੇ ਜਿੰਨੇ ਬੈਰੀ ਨੇ ਅੰਦਰੂਨੀ ਬਰੂਨੀ ਆਦਿਕ ਸਾਰੇ ਬੈਰੀ ਸੰਘਾਰ ਦਿਓ, ਖਤਮ ਕਰ ਦਿਓ, ਮਾਰ ਦਿਓ। ਅੰਦਰ ਦੇ ਕਾਮ ਕ੍ਰੋਧ ਤ੍ਰਿਸ਼ਨਾ ਲਾਲਚ ਈਰਖਾ ਆਦਿਕ ਤੇ ਬਾਹਰ ਵਾਲੇ ਵੀ ਸਾਰੇ ਖਤਮ ਕਰ ਦਿਓ। ਪ੍ਰਥਮ ਧਰੋ ਭਗਵਤ ਕੋ ਧਿਆਨਾ। ਪ੍ਰਥਮ ਪਹਿਲੇ ਮੈਂ ਧਰਦਾ ਹਾਂ ਭਗਵਤ ਪਰਮੇਸ਼ਰ ਦਾ ਕਰਤੇ ਪੁਰਖ ਦਾ ਧਿਆਨ। ਬਹੁਰ ਕਰੋ ਕਵਿਤਾ ਵਿਦ ਨਾਨਾ। ਬਹੁਰ ਫਿਰ ਨਾਨਾ ਪ੍ਰਕਾਰ ਦੀ ਕਵਿਤਾ ਜਿਹੜੀ ਹੈ ਇਹ ਮੈਂ ਉਚਾਰਨ ਕਰਦਾ ਹਾਂ। ਕ੍ਰਿਸ਼ਨ ਜਥਾ ਮਤ ਚਰਿਤ੍ਰ ਉਚਾਰੋ। ਕ੍ਰਿਸ਼ਨ ਭਗਵਾਨ ਦੀ ਜਿਹੜੀ ਭਾਵ ਦਸਮ ਗ੍ਰੰਥ ਵਿੱਚ ਕਥਾ ਹੈ, ਸੋ ਉਹ ਮੈਂ ਭਾਵ ਗ੍ਰੰਥਾਂ ਚੋਂ ਉਸ ਨੂੰ ਉਚਾਰਨਾ ਕੀਤਾ ਹੈ। ਕਿਉਂਕਿ ਕ੍ਰਿਸ਼ਨ ਅਵਤਾਰ, ਰਾਮ ਅਵਤਾਰ, ਕਲਕੀ ਆਉਣ ਵਾਲਾ ਅਵਤਾਰ, ਸਾਰੇ ਅਵਤਾਰ ਮਹਾਰਾਜ ਸਾਹਿਬ ਨੇ ਗ੍ਰੰਥਾਂ ਦਾ ਲੱਥਾ ਕੀਤਾ ਹੈ। ਇਸ ਪ੍ਰਕਾਰ ਇਹਦੇ ਵਿੱਚ ਪੂਜਾ ਨਹੀਂ, ਉਹਨਾਂ ਦਾ ਲੱਥਾ ਕਰਕੇ ਉਹਨਾਂ ਦੀ ਕਥਾ ਮੈਂ ਸੰਗਤਾਂ ਨੂੰ ਜਣਾ ਰਿਹਾ। ਉਹਨਾਂ ਦੇ ਚਰਿੱਤਰ ਕੌਤਕ ਜਿਹੜੇ ਹਨ। ਚੂਕ ਹੋਏ ਕਬ ਲਿਹੋ ਸੁਧਾਰੋ। ਮੇਰੇ ਕੋਲੋਂ ਇਹ ਲੱਥਾ ਕਰਦਿਆਂ ਇਹ ਗ੍ਰੰਥ ਉਚਾਰਦਿਆਂ ਪਖਿਆਨੇ ਕੋ ਚੂਕ ਭੁੱਲ ਚੁੱਕ ਹੋ ਗਈ ਹੋਵੇ ਤੇ ਕਵੀ ਜਨੋ ਸਿਆਣੇ ਜਨੋ ਸੁਧਾਰ ਕੇ ਪੜ੍ਹ ਲਿਓ, ਵਿਚਾਰ ਕਰ ਲਿਓ। ਕਬਿਓ ਬਾਚ ਦੋਹਰਾ। ਆਪਣੇ ਆਪ ਨੂੰ ਮਹਾਰਾਜ ਸਾਹਿਬ ਕਵੀ ਕਹਿੰਦੇ। ਕਵੀ ਦਾ ਬਾਜ ਰਸਨਾ ਉਚਾਰਿਆ ਬਚਨ ਦੋਹਰੇ ਰੂਪ ਵਿੱਚ। ਜੋ ਨਿਜ ਪ੍ਰਭ ਮੋ ਸੋ ਕਹਾ। ਜਿਹੜੇ ਪੁਰਖ ਨਿਜ ਪ੍ਰਭੂ ਮੈਨੂੰ ਭਾਵ ਨਿਜ ਹਰ ਰੋਜ਼ ਪ੍ਰਭੂ ਮੋਹ ਸੋ ਮੇਰੇ ਕੋ ਤਥਾ ਕਹਾ ਕਹਿੰਦੇ ਹਨ। ਸੋ ਕਹੇ ਹਉ ਜਗ ਮਾਹੇ। ਸੋ ਉਹ ਮੈਂ ਜਗ ਦੇ ਮਾਹੇ ਵਿੱਚ ਕਹਿਣਾ ਜੋ ਪ੍ਰਭੂ ਨੇ ਮੋਹ ਸੋ ਮੈਨੂੰ ਕਿਹਾ, ਉਹ ਸੰਦੇਸ਼ਾ ਮੈਂ ਜਗ ਦੇ ਮਾਹੇ ਦੁਨੀਆ ਨੂੰ ਦਿੰਦਾ ਹਾਂ। ਜੋ ਤੇ ਪ੍ਰਭ ਕੋ ਧਿਆਏ ਹੈ। ਜਿਹੜੇ ਉਸ ਪ੍ਰਭੂ ਪਰਮੇਸ਼ਰ ਕਾਲ ਪੁਰਖ ਨੂੰ ਧਿਆਉਣਗੇ ਸਰਦਾ ਨਾਲ, ਅੰਤ ਸੁਰਗ ਕੋ ਜਾਹੇ। ਅੰਤ ਸਮੇਂ ਜਦੋਂ ਸਰੀਰ ਛੱਡ ਕੇ ਜਾਣਗੇ ਫਿਰ ਸਵਰਗਾਂ ਦੇ ਵਾਸੀ ਹੋਣਗੇ, ਨਰਕਾਂ ਨੂੰ ਨਹੀਂ ਜਾਣਗੇ। ਇਹ ਪਰਮੇਸ਼ਰ ਨੇ ਮੈਨੂੰ ਸੁਨੇਹਾ ਦਿੱਤਾ ਹੈ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਦਾ ਹਾਂ। ਉਸ ਪਰਮੇਸ਼ਰ ਕਾਲ ਪੁਰਖ ਦੇ ਪੁਜਾਰੀ ਬਣਿਓ ਜੋ ਸਵਰਗਾਂ ਨੂੰ ਜਾਣਾ ਤੇ ਨਰਕਾਂ ਤੋਂ ਬਚਣਾ। ਤੇ ਐਵੇਂ ਕਹਿੰਦੇ ਹਨ। ਦੋਹਰਾ ਹਰ ਜਨ ਹਰ ਹਰ ਜਨ ਦੁਈ ਏਕ ਹੈ। ਆਪ ਜੀ ਕਹਿੰਦੇ ਹਰ ਤੇ ਹਰ ਜਨ, ਮਗਲਾ ਹਰ ਜਨ ਇਕੱਠਾ, ਪਹਿਲਾ ਕੱਲਾ ਹੈ। ਹਰ ਹਰੀ ਤੇ ਹਰੀ ਦੇ ਜਨ ਦੋਈ ਏਕ ਹੈ। ਸੋ ਆਪ ਜੀ ਕਹਿੰਦੇ ਕਿਸ ਤਰ੍ਹਾਂ ਏਕ ਹਨ। ਬਿਬ ਵਿਚਾਰ ਕਛ ਨਾਹੇ। ਕੋਈ ਬਿਬ ਵਿਚਾਰ ਕਰਨ ਦੀ ਲੋੜ ਨਹੀਂ, ਭੇਦ ਫਰਕ ਇਹਨਾਂ ਵਿੱਚ ਕੋਈ ਨਹੀਂ ਰਹਿ ਜਾਂਦਾ। ਜਲ ਤੇ ਉਪਜ ਤਰੰਗ ਜਿਉ। ਫਰਕ ਇੰਨਾ ਕਿ ਜਿਵੇਂ ਜਲ ਉੱਪਰ ਤਰੰਗ ਬੁੱਧਬਾ ਪੈਦਾ ਹੁੰਦਾ, ਤਰੰਗ ਪੈਂਦਾ ਹੈ। ਕਾਸ਼ ਵਿੱਚੋਂ ਪਾਣੀ ਦੀ ਬੂੰਦ ਮੋਟੀ ਜੀ ਡਿੱਗੇ ਤੇ ਖੜਾ ਹੋਵੇ ਥੱਲੇ ਜਲ, ਥੱਲੇ ਜਾਣ ਤੋਂ ਹਵਾ ਚਲੇ ਜਾਂਦੀ ਹੈ ਤੇ ਮਿੜ ਜਾਣ ਤੋਂ ਹਵਾ ਵਿੱਚ ਆ ਜਾਂਦੀ ਹੈ। ਪਾਣੀ ਦਾ ਘੇਰ ਜਾਂ ਦਿਵਾਲੇ ਬਣ ਜਾਂਦਾ, ਉਹਨੂੰ ਬੁੱਧ ਕਹਿੰਦੇ ਭਕਾਨੇ ਦੀ ਤਰ੍ਹਾਂ। ਉਹਦੀ ਬੁਨਿਆਦ ਥੋੜੀ ਹੁੰਦੀ ਹੈ, ਥੋੜੇ ਮਿੰਟਾਂ ਨੂੰ ਹੋਰ ਬੂੰਦ ਪੈ ਜਾਵੇ ਤਾਂ ਖਤਮ ਹੋ ਜਾਂਦਾ, ਹਵਾ ਨਿਕਲ ਜਾਂਦੀ ਹੈ।
ਹਰੀ ਤੇ ਹਰੀ ਦੇ ਜਨਾਂ ਦਾ ਇੰਨਾ ਕੀ ਫਰਕ ਆ, ਜਿਵੇਂ ਬੁੱਧ ਬੁੱਧਾ ਵੇਖਣ ਨੂੰ ਕੁਝ ਮਿੰਟ ਦੂਰ ਵੱਖਰਾ ਲੱਗਦਾ ਹੈ, ਫਰਕ ਕੋਈ ਨਹੀਂ ਹੁੰਦਾ। ਕਬੀਰ ਜੀ ਕਹਿੰਦੇ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੇ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਜਦ ਦੇਖੂੰ ਤਤ ਤੂੰ। ਹੋਰ ਪੰਕਤੀਆਂ ਨੇ ਜਿਨ੍ਹਾਂ ਨਾ ਵਿਸਰੇ ਨਾਮ ਸੇਕ ਨੇਹਿਆ, ਕਿਹੋ ਜੇ ਤਥਾ ਭੇਦ ਨਾ ਜਾਣੂ ਮੂਲ ਸਾਈਂ ਜਿਹਾ। ਸਾਈਂ ਰੱਬ ਨੂੰ ਜਪ ਜਪ ਕੇ ਰੱਬ ਵਰਗੇ ਬਣ ਜਾਂਦੇ ਨੇ, ਫਰਕ ਕੋਈ ਨਹੀਂ ਰਹਿ ਜਾਂਦਾ, ਪਰ ਆਪਣੇ ਆਪ ਨੂੰ ਜਣਾਉਂਦੇ ਨਹੀਂ। ਜਿਹੜੇ ਪਰਮੇਸ਼ਰ ਦੇ ਪਿਆਰੇ ਹਰੀ ਤੇ ਹਰੀ ਦੇ ਜਨ ਹੁੰਦੇ ਹਨ, ਇੰਨਾ ਕੀ ਫਰਕ ਹੈ, ਬੁੱਧ ਬੁੱਧਾ ਵੱਖਰਾ ਕੁਝ ਮਿੰਟ ਮਹਿਸੂਸ ਹੁੰਦਾ ਹੈ। ਜਲ ਹੀ ਵਿਖੈ ਸਮਾਹੇ, ਅੰਤ ਨੂੰ ਜਲ ਦਾ ਬਣਿਆ, ਜਲ ਦੇ ਵਿੱਚ ਸਮਾ ਕੇ ਭੇਦ ਹੋ ਜਾਊਗਾ। ਦੋਹਰਾ ਉਚਾਰ ਕੇ ਸਿੱਖਿਆ ਦੇ ਰਹੇ ਹਨ। ਜਬ ਆਇਸ ਪ੍ਰਭ ਕੋ ਭਇਓ, ਜਦੋਂ ਤਪ ਕਰਦਿਆਂ ਸਾਧਨ ਕਰਦਿਆਂ ਪਰਮੇਸ਼ਰ ਅਕਾਲ ਪੁਰਖ ਆ ਕੇ ਸਨਮੁਖ ਮੈਨੂੰ ਹੋਏ ਸਨ। ਜਬ ਆਇਸ ਪ੍ਰਭ ਕੋ ਭਇਓ ਪ੍ਰਾਪਤ ਹੋਏ ਸੀ ਮੈਨੂੰ ਅਕਾਲ ਪੁਰਖ। ਜਨਮ ਧਰਾ ਜਗ ਆਏ, ਤਾਂ ਮੈਨੂੰ ਆ ਕੇ ਜਗਤ ਉੱਪਰ ਜਨਮ ਧਰਨਾ ਪਿਆ। ਤਬ ਸਾਧਤ ਹਰ ਮੋਹਿ ਬੁਲਾਇਓ, ਇਮ ਕਹਿ ਕੇ ਇਹ ਲੋਕ ਪਠਾਇਓ। ਮੈਂ ਆਪਣਾ ਤੋਹਿ ਨਿਵਾਜਾ, ਪੰਥ ਪਰ ਚੋ ਕਰਬੇ ਕਉ ਸਾਜਾ। ਜਾਹੀ ਕਾਜ ਧਰਾ ਹਮ ਜਨਮੰ, ਸਮਝ ਲਿਓ ਸਾਧੂ ਸਨ ਮਨ ਮੰਗ। ਪਰਮੇਸ਼ਰ ਨੇ ਮੈਨੂੰ ਕਹਿ ਕੇ ਤਾਪ ਸਾਧਨ ਕਰਦੇ ਜੋ ਸੰਦੇਸ਼ਾ ਦਿੱਤਾ, ਕਹਿ ਕੇ ਭੇਜਿਆ। ਆਪ ਜੀ ਕਹਿੰਦੇ ਤਾਂ ਜਨਮ ਲੈਣਾ ਪਿਆ, ਦੁਨੀਆ ਤੇ ਆਉਣਾ ਪਿਆ ਹੈ। ਆਪ ਮੈਂ ਕਥਾ ਸੰਖੇਪ ਤੇ, ਉਹ ਸਾਰੀ ਕਥਾ ਸੰਖੇਪ ਤੇ ਸੰਖੇਪ ਜੀ ਕਰਕੇ, ਛੋਟੀ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਸੁਣਾਉਂਦਾ ਹਾਂ। ਸਭ ਹੂੰ ਕਹਿਤ ਸੁਨਾਏ, ਸੋ ਸਾਰੇ ਜਣੇ ਚੰਗੀ ਤਰ੍ਹਾਂ ਸੁਣ ਲੈਣਾ ਕਰੋ। ਆਪਣੇ ਆਪ ਦੁਨੀਆ ਤੇ ਨਹੀਂ ਆਇਆ, ਪਰਮੇਸ਼ਰ ਕਰਤੇ ਪੁਰਖ ਨੇ ਮੈਨੂੰ ਭੇਜਿਆ ਹੈ। ਕਬ ਬਾਚ ਦੋਹਰਾ, ਸਾਡੇ ਕਵੀ ਦਾ ਰਸਨਾ ਦਾ ਬਾਚ ਦੋਹਰਾ ਸੁਣ ਲੈਣਾ ਕਰੋ। ਹਾਡ ਪਇਓ ਮੈਂ ਜੋਰ ਕਰ, ਉਸ ਮੌਕਾ ਕਾਲ ਪੁਰਖ ਨੇ ਪ੍ਰਗਟ ਹੋ ਕੇ ਮੈਨੂੰ ਹੁਕਮ ਲਾਇਆ ਦੁਨੀਆ ਤੇ ਆਉਣ ਲਈ, ਤੇ ਮੈਂ ਠਾਂਡ ਪਇਓ ਉੱਠ ਕੇ ਖੜਾ ਹੋ ਗਿਆ। ਤੇ ਆਪਣੇ ਕਰ ਹੱਥ ਜਿਹੜੇ ਦੋਵੇਂ ਜੋੜ ਲਏ, ਸੋ ਬਚਨ ਕਹਾ ਸਿਰ ਨਿਆਏ, ਤੇ ਸਿਰ ਨੇਤਰ ਨੀਵੇਂ ਪਾ ਕੇ ਮੈਂ ਉਸ ਮੌਕਾ ਖੜਾ ਹੋ ਗਿਆ। ਜਦੋਂ ਅਰਦਾਸ ਹੋਵੇ ਸਾਨੂੰ ਵੀ ਐਵੇਂ ਖਲੋਣਾ ਚਾਹੀਦਾ ਹੈ, ਉੱਠ ਕੇ ਖਲੋ ਜਾਈਏ, ਨੇਤਰ ਨੀਵੇਂ ਪਾ ਲਈਏ, ਤੇ ਕੰਨਾਂ ਦੀ ਸਰੋਰ ਅਰਦਾਸ ਨਾਲ ਜੋੜ ਲਈਏ, ਹੱਥ ਉਂਗਲਾਂ ਨੂੰ ਸਿੱਧੇ ਕਰਕੇ ਛਾਤੀ ਨੂੰ ਸਾਹਮਣੇ ਜੋੜ ਲਈਏ। ਐਵੇਂ ਕਹਿੰਦੇ ਆ ਮਹਾਰਾਜ ਸਭ ਦੱਸਦੇ, ਐਵੇਂ ਮੈਂ ਖਲੋ ਗਿਆ ਕਾਲ ਪੁਰਖ ਦੇ ਚਰਨਾਂ ਵਿੱਚ। ਪੰਥ ਚਲੈ ਤਬ ਜਗਤ ਮੈਂ, ਸੋ ਪੰਥ ਚਲੇ ਮੇਰਾ ਮਹਾਰਾਜ ਸਭ ਜਗਤ ਵਿੱਚ। ਜਬ ਤੁਮ ਕਰੋ ਸਹਾਏ, ਉਸ ਪੰਥ ਦੀ ਸਹਾਇਤਾ ਮਹਾਰਾਜ ਸਾਹਿਬ ਜੀ ਤੁਸੀਂ ਕਰਿਓ, ਤੁਹਾਡਾ ਹੋਵੇਗਾ। ਕਿਉਂ ਕਾਲ ਪੁਰਖ ਨੇ ਹੁਕਮ ਲਾਇਆ ਸੀ ਨਾ, ਜਾ ਕੇ ਖਾਲਸਾ ਪੰਥ ਸਜਾਉਣਾ ਹੈ ਤੇ ਜ਼ੁਲਮ ਦਾ ਨਾਸ਼ ਕਰਨਾ ਹੈ, ਇਸ ਪ੍ਰਕਾਰ ਧਰਮ ਦਾ ਪ੍ਰਕਾਸ਼ ਕਰਨਾ ਹੈ। ਇਸ ਵਾਸਤੇ ਦੁਸ਼ਟ ਦਮਨ ਮੈਂ ਤੈਨੂੰ ਆਪਣਾ ਪੁੱਤਰ ਨਵਾਜ ਕੇ ਬਣਾ ਕੇ, ਪੁੱਤਰਾਂ ਵਾਲੇ ਹੱਕ ਹਕੂਕ ਤਾਗ ਤੇ ਮਾਣ ਦੇ ਕੇ ਭੇਜ ਰਿਹਾ ਹਾਂ। ਉਹ ਮਹਾਰਾਜ ਸਾਹਿਬ ਜੀ ਕਹਿ ਰਹੇ ਹਨ, ਪੰਥ ਮੈਂ ਆਰੰਭ ਕਰੂੰ ਚਲਾਊਂ, ਸਹਾਇਤਾ ਤੁਸੀਂ ਕਰਿਓ, ਤੁਹਾਡਾ ਹੋਵੇਗਾ, ਖਾਲਸਾ ਮੇਰਾ ਨਹੀਂ ਹੋਵੇਗਾ। ਖਾਲਸਾ ਕਾਲ ਪੁਰਖ ਦੀ ਫੌਜ, ਪ੍ਰਗਟਿਓ ਖਾਲਸਾ ਪ੍ਰਮਾਤਮਾ ਕੀ ਮੌਜ, ਤੁਹਾਡੀ ਮੌਜ ਨਾ ਪ੍ਰਗਟ ਕਰੂੰ। ਇਹ ਦੁਨੀਆ ਦੇ ਲੋਕ ਮਗਰ ਪਏ ਹੋਏ ਨੇ ਕਿ ਜਿਵੇਂ ਬੁੱਧ ਧਰਮ ਤੇ ਜਾਨੀ ਧਰਮ ਤੇ ਹੋਰ ਧਰਮ ਕਈ ਖਤਮ ਹੋ ਗਏ ਨੇ ਹਿੰਦੁਸਤਾਨ ਚੋਂ। ਖਾਲਸਾ ਪੰਥ ਵੀ ਸੈਂਟ ਕੋਈ ਇਹੋ ਜਿਹੀ ਪਾਰਟੀ ਹੈ ਖਤਮ ਹੋ ਜਾਊ। ਇਹਨੂੰ ਕਾਲ ਪੁਰਖ ਨੇ ਸਾਜਿਆ ਦੀਆਂ ਪਤਾਲ ਜੜ੍ਹਾਂ ਨੇ। ਇਵੇਂ ਮਹਾਰਾਜ ਸਾਹਿਬ ਜੀ ਕਹਿ ਰਹੇ ਹਨ, ਇਹ ਖਤਮ ਹੋਣ ਵਾਲਾ ਨੇ। ਪਰਮੇਸ਼ਰ ਕਾਲ ਪੁਰਖ ਆਪ ਸਹਾਇਤਾ ਇਹਦੀ ਕਰੂ। ਮਹਾਰਾਜ ਤੁਸੀਂ ਸਹਾਇਤਾ ਕਰੋ, ਤੁਹਾਡਾ ਖਾਲਸਾ ਪੰਥ ਹੈ, ਫਤਿਹ ਵੀ ਤੁਹਾਡੀ ਤੇ ਪੰਥ ਵੀ ਤੁਹਾਡਾ। ਇਵੇਂ ਆਪ ਜੀ ਕਹਿ ਰਹੇ ਹਨ। ਦੋਹਰਾ ਜੇ ਜੇ ਤੁਮਰੇ ਧਿਆਨ ਕੋ, ਜੇ ਜਿਹੜਾ ਵੀ ਪੁਰਖ ਤੁਮਰੇ ਤੁਹਾਡਾ ਧਿਆਨ ਮਹਾਰਾਜ ਸਾਹਿਬ ਜੀ ਧਰੂਗਾ। ਨਿਤ ਉਠਤੇ ਹੈ ਸੰਤ, ਸਾਧ ਜਿਤ ਮਹਾਤਮਾ ਜਨਤਾ ਪ੍ਰਤੀ ਹਰ ਰੋਜ਼ ਉੱਠ ਕੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਤੁਹਾਨੂੰ ਧਿਆਉਣਗੇ, ਯਾਦ ਕਰਨਗੇ। ਅੰਤ ਲਾਂਗੇ ਮੁਕਤ ਫਲ, ਅੰਤ ਸਮਾਂ ਜਦੋਂ ਉਹਨਾਂ ਦਾ ਆਇਆ, ਮੁਕਤੀ ਦਾ ਫਲ ਉਹਨਾਂ ਦੀ ਝੋਲੀ 'ਚ ਪ੍ਰਾਪਤ ਹੋਵੇਗਾ। ਪਾਵੇਂਗੇ ਭਗਵੰਤ, ਭਗਵੰਤ ਨਿਰੰਕਾਰ ਕਰਤੇ ਪੁਰਖ ਨੂੰ ਪਾ ਲੈਣਗੇ, ਪ੍ਰਾਪਤ ਕਰਨਗੇ। ਜਿਹੜੇ ਅਕਾਲ ਪੁਰਖ ਤੁਹਾਡਾ ਜਾਪ ਕਰਨਗੇ, ਸਿਮਰਨ ਕਰਨਗੇ। ਦੋਹਰਾ ਕਾਲ ਪੁਰਖ ਕੀ ਦੇਹ ਮੋਹ, ਵਿਰਾਟ ਰੂਪ ਦੱਸਦੇ ਅਕਾਲ ਪੁਰਖ ਨਿਰੰਕਾਰ ਦਾ, ਉਹਦੀ ਦੇਹ ਜਿਹੜੀ ਵਿਰਾਟ ਰੂਪ ਹੈ। ਕੋਟਕ ਵਿਸ਼ਨ ਮਹੇਸ਼, ਇੱਕ ਦੋ ਨਹੀਂ ਕਰੋੜਾਂ ਕੇ ਵਿਸ਼ਨੂੰ ਭਗਵਾਨ, ਕਰੋੜਾਂ ਕੀ ਵਿਸ਼ਨੂੰ ਤੇ ਮਹੇਸ਼ ਸ਼ਿਵ ਜੀ ਆਦਿਕ, ਕਰੋੜਾਂ ਹੀ ਭਾਵ ਉਹਦੇ ਵਿੱਚ ਟਿਕੇ ਹੋਏ ਹਨ। ਕੋਟ ਇੰਦਰ ਬ੍ਰਹਮਾ ਕਿਤੇ, ਇੰਦਰ ਦੇਵਤੇ ਸਵਰਗਾਂ ਦੇ ਰਾਜੇ ਤੇ ਬ੍ਰਹਮਾ ਆਦਿ ਵੀ ਕਰੋੜਾਂ ਹੀ ਆਦਿਕ ਹਨ। ਰਾਵ ਸਸ ਕਰੋੜ ਜਲੇਸ਼, ਤੇ ਰਾਵ ਸੂਰਜ ਸਸ ਚੰਦਰਮਾ ਜਲੇਸ਼ ਵਰਨ ਦੇਵਤਾ ਆਦਿਕ ਵੀ ਕਰੋੜਾਂ ਹੀ ਉਹਦੇ ਪਾਸ ਸਰੀਰ ਵਿੱਚ ਹਨ, ਪਰਮੇਸ਼ਰ ਦੇ ਵਿਰਾਟ ਰੂਪ ਵਿੱਚ।
ਵਿਰਾਟ ਕਿਹਨੂੰ ਕਹਿੰਦੇ ਨੇ? ਇੱਕ ਵਾਰੀ ਰਾਮਚੰਦਰ ਭਗਵਾਨ ਛੋਟੇ ਜਿਹੇ ਸਨ ਤੇ ਮਾਤਾ ਕੁਸ਼ਲਿਆ ਉਹਨਾਂ ਦੀ ਦੇਵੀ ਪੂਜਨ ਕਰਨ ਗਈ ਤੇ ਦੇਵੀ ਦੇ ਥਾਂ ਤੇ ਵਿਰਾਟ ਰੂਪ ਸਾਰੀ ਸ੍ਰਿਸ਼ਟੀ ਆਪਣਾ ਆਪ ਹੀ ਉੱਥੇ ਵਿਖਾਇਆ। ਮਾਤਾ ਨੂੰ ਸਰਧਾ ਆ ਗਈ ਕਿ ਮੇਰਾ ਪੁੱਤਰ ਅਵਤਾਰ ਹੈ, ਠੀਕ ਹੀ ਅਵਤਾਰ ਹੈ, ਮੰਨ ਗਈ। ਕ੍ਰਿਸ਼ਨ ਭਗਵਾਨ ਖੇਡ ਰਹੇ ਸਨ, ਛੋਟੇ ਜਿਹੇ ਸਨ ਤੇ ਜਿਵੇਂ ਬਾਲਕ ਮਿੱਟੀ ਖਾਣ ਦਾ ਸੁਭਾਅ ਹੁੰਦਾ, ਮਿੱਟੀ ਮੂੰਹ ਵਿੱਚ ਪਾ ਲਈ ਤੇ ਮਾਂ ਜਸੋਦਾ ਮੂੰਹ 'ਚ ਉਂਗਲ ਨਾਲ ਮਿੱਟੀ ਕੱਢਣ ਲੱਗੀ ਤੇ ਮੂੰਹ ਖੋਲ ਕੇ ਸਾਰੀ ਸ੍ਰਿਸ਼ਟੀ ਆਪਣੇ ਮੂੰਹ ਤੋਂ ਵਿਖਾ ਦਿੱਤੀ। ਇਹਨੂੰ ਵਿਰਾਟ ਰੂਪ ਕਹਿੰਦੇ। ਸਾਰੀ ਸ੍ਰਿਸ਼ਟੀ ਥੋੜੀ ਜਗ੍ਹਾ ਸਭ ਕੁਝ ਵਿਖਾ ਦੇਣਾ। ਧੰਨ ਗੁਰੂ ਨਾਨਕ ਪਾਤਸ਼ਾਹ ਵੀ ਛੋਟੇ ਜਿਹੇ ਸਨ। ਮਾਤਾ ਤ੍ਰਿਪਤਾ ਦੇ ਨਾਲ ਵਿਰਾਜੇ ਹੈ ਤੇ ਵਿਰਾਜਮਾਨ ਸਵੇਰ ਵੇਲੇ ਮਾਤਾ ਵੇਖ ਰਹੀ ਹੈ। ਆਕਾਸ਼ ਵਿੱਚੋਂ ਦੇਵਤੇ ਆਏ ਨੇ ਤੇ ਮਹਾਰਾਜ ਸਾਹਿਬ ਨੂੰ ਸਿੰਘਾਸਨ ਤੇ ਬਿਠਾਇਆ ਤੇ ਬਕਰਮਾਂ ਕੀਤੀਆਂ ਤੇ ਫੁੱਲ ਅਰਪਣ ਕੀਤੇ, ਸੁਗੰਧੀ ਛਿਣਕੀ ਤੇ ਮਹਾਰਾਜ ਸਾਹਿਬ ਨੂੰ ਨਮਸਕਾਰਾਂ ਕਰਕੇ ਤੇ ਬੇਨਤੀਆਂ ਕਰਦੇ ਨੇ ਕਿ ਮਹਾਰਾਜ ਸਾਹਿਬ ਕਲਯੁਗ ਦੇ ਅਵਤਾਰ ਤੁਸੀਂ, ਭਾਵ ਜੀ ਜੀਵਨ ਦੇ ਕਲਿਆਣ ਕਰਨ ਵਾਸਤੇ ਪ੍ਰਗਟ ਹੋਏ, ਸਾਡੀ ਵੀ ਸਹਾਇਤਾ ਤੁਸੀਂ ਕਰਨੀ ਹੈ। ਮਾਤਾ ਨੂੰ ਵੀ ਸਰਧਾ ਆ ਗਈ ਕਿ ਜਿਵੇਂ ਕਹਿੰਦੇ ਮੇਰਾ ਪੁੱਤਰ ਅਵਤਾਰ ਹੀ ਹੈ। ਅੱਖ ਖੁੱਲੀ ਵੀ ਪੁੱਤਰ ਦੇ ਦਿਵਾਲੇ ਕੌਣ ਨੇ? ਦੇਵਤੇ ਅਲੋਪ ਹੋ ਗਏ, ਸੁਗੰਧੀ ਆ ਰਹੀ ਹੈ, ਫੁੱਲ ਛਿਣਕੇ ਹੋਏ ਨੇ। ਪਰ ਮਹਾਰਾਜ ਸਾਹਿਬ ਨੇ ਮੋਹ ਦੀ ਕਨਾਤ ਤਾਣ ਕੇ ਰੋ ਕੇ ਉਸ ਮੌਕਾ ਦੁੱਧ ਮੰਗ ਕੇ ਤੇ ਮੋਹ ਉੱਪਰ ਪਾ ਕੇ ਉਸੇ ਵੇਲੇ ਸਾਰਾ ਚੇਤਾ ਭੁਲਾ ਦਿੱਤਾ। ਇਸ ਪ੍ਰਕਾਰ ਸਨ ਮਹਾਰਾਜ ਸਾਹਿਬ ਜੀ, ਦੂਜਿਆਂ ਨਾਲੋਂ ਘੱਟ ਨਹੀਂ ਸਨ। ਐਵੇਂ ਆਪ ਜਣਾਉਂਦੇ ਹਨ, ਦੋਹਰਾ ਰਾਮ ਕਥਾ ਜੁਗ ਜੁਗ ਆਟਲ। ਹੁਣ ਦਸਮ ਗ੍ਰੰਥ ਵਿੱਚੋਂ ਰਾਮਾਵਤਾਰ ਵਿੱਚੋਂ ਰਾਮਚੰਦਰ ਦੀ ਕਥਾ ਜਿਹੜੀ ਜੁਗ ਜੁਗ ਚਲੀ ਆ ਰਹੀ ਹੈ ਟਲ, ਆਪ ਜੀ ਨੂੰ ਸੁਣਾਉਂਦੇ ਹਾਂ। ਸਭ ਕੋਈ ਭਾਖਤ ਨੇਤ, ਸਭ ਕੋਈ ਨਿਤਾ ਪ੍ਰਤੀ ਭਾਗਤ ਕਹਿਣਾ ਕਰਦਾ ਹੈ। ਕੀ ਕਹਿੰਦੇ ਹਨ? ਸੁਰਗ ਵਾਸ ਰਘੁਬਰ ਕਰਾ, ਸੁਰਗਾ ਵਿੱਚ ਵਾਸਾ ਕੀਤਾ ਰਘੂਬਰੀ ਰਾਮਚੰਦਰ ਜੀ ਨੇ। ਸਾਗਰੀ ਪੁਰੀ ਸਮੇਤ, ਸਾਰੀ ਪੁਗਰੀ ਦੇ ਸਮੇਤ। ਕਿਉਂਕਿ ਜਦੋਂ ਸੀਤਾ ਦੀ ਪਰਖ ਕੀਤੀ ਸੀ ਕਿ ਤੂੰ ਰਾਮਚੰਦਰ ਦੇ ਰਾਵਣ ਦੀ ਫੋਟੋ ਕਿਉਂ ਵਾਹ ਕੇ ਵੇਖਦੀ ਹੈ, एक दिव जानकी तेरा सिखा पीत ऊपर रावण कह लिखा, रामचंद्र जब आए निहारा कशु कोप एवं वचन उचारा, तो रावण से कुछ हेता था चित्र चित्र के देखा, सुनत बचन सिया पई रोखा, प्रभु मुझ अदुल गावत दोखा, मन बच कर्म सहित सो हिरदे बस रगराए, पृथ्वी पैंड मोह दीजे लीजे मोहे मिलाए। दसम ग्रंथ ਦੀਆਂ पंक्तियां। ਐ ਧਰਤੀ ਜੇ ਮੈਂ ਮਨ ਕਰਕੇ ਬਚਨਾ ਕਰਕੇ ਪਤੀ ਪ੍ਰਾਣ ਸਤਵੰਤੀ ਹਾਂ ਤਾਂ ਮੈਨੂੰ ਪੈਂਡ ਟੋਵਾ ਦੇ, ਮੈਂ ਤੇਰੇ ਵਿੱਚ ਸਮਾ ਜਾਵਾਂ। ਇਹ ਬਚਨ ਸ਼ਰਤ ਰੱਖਣ ਤੋਂ ਧਰਤੀ ਫਟ ਗਈ, ਸਿਆ ਵਿੱਚ ਲੋਪ ਹੋ ਗਈ ਤੇ ਰਾਮਚੰਦਰ ਨੇ ਮਰਨ ਵਰਤ ਰੱਖ ਲਿਆ ਤੇ ਫਿਰ ਸਰਜੂ ਦਰਿਆ ਦੇ ਜਾ ਕੇ ਦੇਹ ਛੱਡ ਦਿੱਤੀ ਤੇ ਉਹਨਾਂ ਦੇ ਪ੍ਰੇਮ ਦੇ ਵੱਜੇ ਹੋਏ ਬੇਅੰਤ ਲੋਕ ਹੋਰ ਸੋ ਛਾਲਾਂ ਮਾਰ ਮਾਰ ਦਰਿਆ ਵਿੱਚ ਮਰਨ ਲੱਗੇ। ਕਿਉਂ ਪੰਡਤਾਂ ਕਹਿਤਾ ਵੀ ਦਰਵਾਜ਼ੇ ਖੁੱਲੇ ਨੇ ਸੱਚਖੰਡ ਦੇ, ਸਾਰੇ ਸਵਰਗਾਂ ਨੂੰ ਜਾਓਗੇ। ਸਿਆਣੇ ਪੁਰਖਾਂ ਨੇ ਸਮਝਾਇਆ ਵੀ ਨਹੀਂ ਭਾਈ ਇਸ ਤਰ੍ਹਾਂ ਨਹੀਂ ਕਰਨੀ, ਐਵੇਂ ਨਹੀਂ ਮਰਨਾ, ਇੱਕ ਦਿਨ ਫੇਰ ਸਾਰੀ ਪੂਰੀ ਸਵਰਗਾਂ ਨੂੰ ਜਾਣੀ, ਇਕੱਠੇ ਜਾਵਾਂਗੇ। ਉਹ ਜਿਹੜੇ ਬਚਨ ਨੇ ਮਹਾਰਾਜ ਸਾਹਿਬ ਜੀ ਵਿਤਕਰਾ ਨਹੀਂ ਪਾਉਂਦੇ। ਰਾਮ ਕ੍ਰਿਸ਼ਨ ਭਗਵਾਨ ਬਾਰੇ, ਰਾਮ ਬਾਰੇ ਵੀ ਆਪ ਕਥਨ ਕਰ ਰਹੇ ਹਨ ਰਾਮਾਵਤਾਰ ਵਿੱਚੋਂ। ਚੌਪਈ ਜੋ ਇਹ ਕਥਾ ਸੁਣੈ ਹਰ ਗਾਵੇ, ਜਿਹੜਾ ਵੀ ਰਾਮਚੰਦਰ ਦੇ ਪਿਆਰ ਵਾਲੀ ਇਸ ਕਥਾ ਨੂੰ ਬਾਣੀ ਨੂੰ ਪੜ੍ਹੇਗਾ, ਚੌਪਈ ਸਾਹਿਬ ਨੂੰ ਸੁਣੇਗਾ ਅਤ ਗਾਉਣਾ ਕਰੇਗਾ। ਦੁਖ ਪਾਪ ਤੇ ਨਿਕਟ ਨ ਆਵੇ, ਦੁੱਖਾਂ ਦੇ ਪਾਪਾਂ ਦੇ ਨਿਕਟ ਨਹੀਂ ਉਹਦੇ ਆਉਣਗੇ, ਨੇੜੇ ਉਹ ਨੇੜੇ ਨਹੀਂ ਆਉਣਗੇ, ਬਚਾਅ ਹੋਵੇਗਾ ਉਸ ਦਾ। ਵਿਸ਼ਨ ਭਗਤ ਕੀ ਇਹ ਫਲ ਹੋਈ, ਵਿਸ਼ਨੂੰ ਦੀ ਭਗਤੀ ਕਰਨ ਦੇ ਕਿ ਵਿਸ਼ਨੂੰ ਦੇ ਅਵਤਾਰ ਸਨ ਰਾਮਚੰਦਰ ਜੀ, ਵਿਸ਼ਨੂੰ ਦੇ ਅਵਤਾਰ ਸਨ ਕ੍ਰਿਸ਼ਨ ਭਗਵਾਨ ਜੀ। ਵਿਸ਼ਨੂੰ ਨੇ ਅਵਤਾਰ ਧਾਰਿਆ ਸੀ ਨਰਸਿੰਘ ਸਰੂਪ ਤੇ ਵਾਮਨ ਅਵਤਾਰ। ਵਿਸ਼ਨੂੰ ਨੇ ਅਵਤਾਰ ਧਾਰਿਆ ਸੀ ਮੱਛੀ ਦਾ, ਜਦੋਂ ਸੰਖਾ ਸਰ ਦੈਂਤ ਨੂੰ ਮਾਰ ਕੇ ਦੇ ਵੇਦ ਲਿਆਉਣੇ ਸਨ। ਵਿਸ਼ਨੂੰ ਨੇ ਅਵਤਾਰ ਧਾਰਿਆ ਕੱਛੂ ਕੰਮੇ ਦਾ, ਜਦੋਂ ਸਮੁੰਦਰ ਰਿੜਕਣਾ ਸੀ। ਮਾਛ ਕਾਸ਼ ਹੂ ਬਰਾਹਾ ਜਮਨਾ ਕੇ ਕੂਲ, ਸੋ ਖੇਲ ਖੇਲਿਓ ਜਿਨ ਗਿੰਦ ਜਿਉ ਤੇ ਬਰਾਹਾ। ਸੂਰ ਦਾ ਅਵਤਾਰ ਵੀ ਧਾਰਿਆ ਸੀ। ਇਹੋ ਜਿਹੇ 23 ਅਵਤਾਰ ਧਾਰ ਚੁੱਕਾ ਤੇ 24ਵਾਂ ਹੁਣ ਧਾਰਨਾ ਕਲਯੁਗ ਦੇ ਸਮੇਂ ਵਿੱਚ, ਜਿਹੜਾ ਯੁੱਗ ਦਾ ਅਵਤਾਰ ਹੈ ਉਹਦੇ ਅਵਤਾਰ ਉਸ ਵਿਸ਼ਨੂੰ ਨੂੰ ਤਥਾ ਭਾਵ ਰਾਮਚੰਦਰ ਆਦਿਕ। ਸੋ ਅਵਤਾਰਾਂ ਦੇ ਨਾਂ ਲੈਣੇ ਮਾੜੀ ਗੱਲ ਨਹੀਂ, ਪੁਜਾਰੀ ਅਕਾਲ ਪੁਰਖ ਦੇ ਬਣਨਾ ਹੈ। ਇਹ ਮਹਾਰਾਜ ਸਾਹਿਬ ਇਸ਼ਾਰਾ ਕਰਦੇ ਨੇ। ਸੋ ਦੁੱਖ ਪਾਪ ਉਹਨਾਂ ਦੇ ਨੇੜੇ ਨਹੀਂ ਆਊ। ਇਹ ਜੁਗ ਜੁਗ ਟਲ ਕਥਾ ਚੱਲਦੀ ਆ ਰਹੀ ਹੈ।
ਜਿਹੜੇ ਸੇਵਕ ਨੇ ਉਹ ਕਹਿੰਦੇ ਹਨ, ਆਦ ਬਿਆਦ ਛਵੈ ਸਕੈ ਨਾ ਕੋਈ। ਆਦੀਆਂ ਵਿਆਦੀਆਂ ਆਰਕ ਜਿਹੜੇ ਪਾਪ ਨੇ ਛੋਹ ਨਹੀਂ ਸਕਣਗੇ, ਨੇੜੇ ਨਹੀਂ ਆਉਣਗੇ ਉਹਨਾਂ ਦੇ। ਸੰਮਤ 17 ਸਹਸ 55। ਜਿਹੜਾ ਚੌਪੀ ਸਾਹਿਬ ਨੂੰ ਪੜੂਗਾ, ਇਸ ਕਥਾ ਨੂੰ ਰੋਜ਼ ਪੜੂਗਾ ਸਰਦਾ ਨਾਲ, ਪਿਆਰ ਨਾਲ, ਸੋ ਆਪ ਜੀ ਕਹਿੰਦੇ ਇਹ ਜਿਹੜੀ ਪਵਿੱਤਰ ਬਾਣੀ ਹੈ ਅਸੀਂ ਕਦੋਂ ਉਚਾਰੀ? ਸੰਮਤ 17 ਹੈ, 1700 ਸਹਸ, 1755, ਸੋ 1700 ਤੇ 95, ਸੋ 1755 55 ਵਿੱਚ ਉਚਾਰਨਾ ਕੀਤੀ ਹੈ। ਹਾੜ ਬਦੀ ਪ੍ਰਥਮ ਸੁਖ ਦਾਵਨ। ਹਾੜ ਮਹੀਨੇ ਦੀ ਪੁੰਨਿਆ ਤੋਂ ਅਗਲਾ ਦਿਨ ਜਿਹਨੂੰ ਵਧੀ ਕਿਹਾ ਜਾਂਦਾ ਹੈ, ਮੱਸਿਆ ਤੋਂ ਅਗਲੀ ਥਿਤ ਨੂੰ ਸੁਦੀ ਕਿਹਾ ਜਾਂਦਾ ਹੈ। ਹਾੜ ਮਹੀਨੇ ਦੀ ਵਧੀ ਅਗਲੀ ਥਿਤ ਸੀ ਪੁੰਨਿਆ ਤੋਂ ਪ੍ਰਥਮ ਪਹਿਲੀ ਇੱਕ, ਸੋ ਸੁੱਖਾਂ ਦੇ ਦਾਵਨ ਦੇਣ ਵਾਲੀ ਉਸ ਮੌਕਾ ਭਾਵ 1755 ਵਿੱਚ ਅਸੀਂ ਇਹ ਬਾਣੀ ਉਚਾਰਨਾ ਕੀਤੀ ਹੈ। ਪ੍ਰਸਾਦ ਕਰ ਗ੍ਰੰਥ ਸੁਧਾਰਾ। ਆਪ ਤੇਰੀ ਪ੍ਰਸਾਦ ਕਿਰਪਾ ਨਾਲ ਇਹ ਗ੍ਰੰਥ ਉਥੇ ਸੁਧਾਰਿਆ। ਸੋ ਭਾਵ ਸਤਲੁਜ ਦਰਿਆ ਦੇ ਕੰਢੇ ਭਗੌਰ ਸਾਹਿਬ ਗੁਰਦੁਆਰਾ ਜਿੱਥੇ ਬਣਿਆ ਹੋਇਆ ਹੈ। ਹਲੀ ਪਰੀ ਲਹੁ ਲਿਹੋ ਸੁਧਾਰਾ। ਭੂਲ ਪਰੀ ਜੇ ਮੇਰੇ ਪਾਸੋਂ ਕੋ ਹੋ ਗਈ ਹੋਵੇ ਇਸ ਗ੍ਰੰਥਾਂ ਦੇ ਅਲੱਥੇ ਕਰਦਿਆਂ ਹੋਇਆਂ ਤੇ ਕਵੀ ਜਨੋ ਸੁਧਾਰ ਲਿਓ, ਸੁਧ ਕਰਕੇ ਪੜ੍ਹ ਲਿਓ ਚੰਗੀ ਤਰ੍ਹਾਂ। ਆਪ ਦੀ ਨਿਮਰਤਾ ਮਹਾਰਾਜ ਸਾਹਿਬ ਜੀ ਜਣਾ ਰਹੇ ਹਨ। ਦੋਹਰਾ ਨੇਤਰ ਤੁੰਗ ਕੇ ਚਰਨ ਤਰ। ਦੱਸਦੇ ਹੁਣ ਨਿਰਣਾ ਕਰਕੇ ਕਿ ਨੇਤਰ ਨੈਣਾ ਦੇਵੀ। ਸੋ ਇੱਕ ਗੁੱਜਰ ਸੀ ਨੈਣੂ, ਉਹਨੇ ਪਹਾੜੀ ਉੱਪਰ ਇੱਕ ਮੰਦਿਰ ਬਣਾ ਲਿਆ ਦੇਵੀ ਦਾ, ਉਹਦਾ ਨਾਂ ਪੈ ਗਿਆ ਨੈਣਾ ਦੇਵੀ। ਉਹ ਬੜਾ ਉੱਚਾ ਹੈ। ਉੱਥੇ ਮਹਾਰਾਜ ਸਾਹਿਬ ਨੂੰ ਪੰਡਤਾਂ ਨੇ ਜੋ ਭੁਲੇਖਾ ਦੂਰ ਕਰਨਾ ਸੀ, ਹੋਮ ਜਗ ਕੀਤਾ ਸੀ ਦੇਵੀ ਪ੍ਰਗਟ ਕਰਨ ਲਈ, ਪਰ ਨਹੀਂ ਸੀ ਹੋ ਸਕੀ ਤੇ ਵਿਸਥਾਰ 'ਚ ਨਾ ਹੀ ਜਾਈਏ। ਉਸ ਮੌਕਾ ਸਾਰੀ ਸਮੱਗਰੀ ਅੱਗ ਤੇ ਪਾ ਕੇ ਕਿਰਪਾਨ ਮਿਆਨ ਤੋਂ ਖਿੱਚ ਕੇ ਕਿਹਾ ਸੀ ਇਹ ਦੇਵੀ ਚੰਡੀ ਪ੍ਰਗਟ ਹੋਈ ਹੈ, ਇਹਦੇ ਨਾਲ ਜ਼ੁਲਮ ਦਾ ਨਾਸ਼ ਕਰਾਂਗੇ। ਇਹੀ ਚੰਡਕਾ ਦੰਡਕਾ ਦੁਸ਼ਟ ਦਮਨੀ, ਹਰੇ ਦੁਸ਼ਟ ਦੋਖੀ ਜਵਾਲ ਬੰਮਨੀ, ਰਹੇ ਮਿਆਨ ਮਦੰਗ ਸਮੇਂ ਦੁਸ਼ਟ ਘਾਏ, ਇਹੀ ਆਦਿ ਸ਼ਕਤੀ ਭਵਾਨੀ ਕਹਾਏ। ਉਹਨੂੰ ਨੈਣਾ ਦੇਵੀ ਕਹਿੰਦੇ ਆ। ਉਹ ਆਪ ਜੀ ਕਹਿੰਦੇ ਨੇਤਰ ਤੁੰਗ, ਨੈਣਾ ਦੇਵੀ ਦੇ ਨੇਤਰ ਤੁੰਗ ਕੇ ਚਰਨ ਥੱਲੇ ਆਪ ਜੀ ਸਮਝਾ ਰਹੇ ਹਨ। ਚਰਨ ਤਾਰ, ਚਰਨਾਂ ਦੇ ਥੱਲੇ, ਪਹਾੜੀ ਦੇ ਥੱਲੇ ਆਪ ਜੀ ਕਹਿੰਦੇ ਹਨ ਤਦਰਵ ਤੀਰਤ ਰੰਗ। ਤਦਰਵ ਸਤਲੁਜ ਦਰਿਆ, ਪਹਿਲੋਂ ਦਰਿਆ ਵਗਦਾ ਸੀ ਤੇ ਵਿਸ਼ਿਸ਼ਟ ਰਿਖੀ ਮਹਾਤਮਾ ਜੀ ਦਾ 100 ਪੁੱਤਰ ਵਿਸ਼ਵਾਮਿੱਤਰ ਨੇ ਮਾਰ ਦਿੱਤਾ। ਜਦੋਂ ਪਤਾ ਲੱਗਾ ਇਸ ਦਰਿਆ ਵਿੱਚ ਛਾਲ ਮਾਰੀ ਕਿ ਮਰ ਜਾਵਾਂ, ਇਹ 7 ਹਿੱਸੇ 100 ਹਿੱਸਾ ਹੋ ਕੇ ਵਗ ਗਿਆ ਤੇ ਰਿਖੀ ਜਾਣ ਕੇ ਡੋਬਿਆ ਨਾ। ਉਦੋਂ ਤੋਂ ਸਤੱਦਰੋ ਇਹਦਾ ਨਾਂ ਪੈ ਗਿਆ। ਪਹਿਲੋਂ ਦਰਿਆ ਸਤਲੁਜ ਪੈ ਗਿਆ, 100 ਟੋਟੇ ਹੋ ਕੇ ਵਗ ਗਿਆ ਸੀ। ਉਸ ਤਦਰਬ ਦਰਿਆ ਦੇ ਤੀਰ ਤਰੰਗ ਉਛਲ ਰਹੇ ਸੀ, ਭਾਵ ਲਹਿਰਾਂ ਪਾਣੀ ਦੀਆਂ। ਨੇਤਰ ਤੁੰਗ ਨੈਣਾ ਦੇਵੀ ਦੇ ਟਿੱਲੇ ਦੇ ਥੱਲੇ ਚਰਨਾਂ 'ਚ ਸਤਦਰਬ ਦਰਿਆ ਦੇ ਸਤਲੁਜ ਦੇ ਕੰਢੇ ਤੇ ਜੇ ਤਰੰਗ ਪੈ ਰਹੇ ਸੀ ਪਾਣੀ ਦੇ, ਆਪ ਜੀ ਜਣਾ ਰਹੇ ਹਨ ਸ੍ਰੀ ਭਗਵਤ ਪੂਰਨ ਕੀਓ। ਇਹ ਸ੍ਰੀ ਭਗਵਤ ਪਰਮੇਸ਼ਰ ਦਾ ਭਾਵ ਇਹ ਪੂਰਨ ਕੀਓ ਜਿਹੜਾ ਇਹ ਗ੍ਰੰਥ ਹੈ। ਰਘੁਵਰ ਕਥਾ ਪ੍ਰਸੰਗ। ਰਘੁਵਰ ਰਾਮਚੰਦਰ ਦੀ ਜਿਹੜੀ ਕਥਾ ਰਾਮਾ ਅਵਤਾਰ ਦਾ ਪ੍ਰਸੰਗ, ਇਹ ਗ੍ਰੰਥ ਅਸੀਂ ਉੱਥੇ ਭਾਵ ਉਚਾਰਨਾ ਕੀਤਾ ਹੈ। ਉਹਦੇ ਵਿੱਚੋਂ ਦੋਹਰਾ ਭਾਈ ਮਨੀ ਸਿੰਘ ਬ੍ਰਹਮ ਗਿਆਨੀ ਜੀ ਨੇ ਕਲਗੀਧਰ ਦੀ ਆਗਿਆ ਨਾਲ ਲਿਖਣਾ ਕੀਤਾ ਹੈ। ਦੋਹਰਾ ਸਾਧ ਅਸਾਧ ਜਾਣੋ ਨਹੀਂ। ਮਹਾਰਾਜ ਸਾਹਿਬ ਕਹਿੰਦੇ ਮੈਂ ਇਸ ਬਾਦ ਵਿਵਾਦ 'ਚ ਨਹੀਂ ਪੈਂਦਾ ਵੀ ਕੌਣ ਸਾਧ ਤੇ ਕੌਣ ਅਸਾਧ ਨਾ ਸਾਧ, ਕੌਣ ਚੰਗਾ ਤੇ ਕੌਣ ਮਾੜਾ, ਸਾਧ ਅਸਾਧ ਜਾਣੋ ਨਹੀਂ। ਬਾਦ ਸੁਬਾਦ ਵਿਵਾਦ। ਇਹ ਬਾਦ ਵਿਵਾਦ ਦੁਨੀਆ ਦੇ ਲੋਕ ਕਰਦੇ ਨੇ, ਮੈਂ ਤੇ ਉਲੱਥਾ ਕੀਤਾ ਉਹਨਾਂ ਗ੍ਰੰਥਾਂ ਦਾ। ਗ੍ਰੰਥ ਸਕਲ ਪੂਰਨ ਕੀਓ। ਇਹ ਗ੍ਰੰਥ ਅਸੀਂ ਪਰਿਪੂਰਨ ਕੀਤਾ, ਸੰਪੂਰਨ ਕੀਤਾ ਹੈ। ਭਗਵਤ ਕਿਰਪਾ ਪ੍ਰਸਾਦ। ਭਗਵਤ ਪਰਮੇਸ਼ਰ ਦੀ ਪ੍ਰਸਾਦ ਕਿਰਪਾ ਨਾਲ, ਬਖਸ਼ ਨਾਲ ਇਹ ਗ੍ਰੰਥ ਉਸ ਸਥਾਨ ਤੇ ਪੂਰਾ ਹੋਇਆ ਹੈ। ਇਵੇਂ ਰਾਮਾ ਅਵਤਾਰ ਵਿੱਚੋਂ, ਕ੍ਰਿਸ਼ਨਾ ਅਵਤਾਰ ਵਿੱਚੋਂ, ਪਖਿਆਨੇ ਗ੍ਰੰਥ ਵਿੱਚੋਂ ਮਹਾਰਾਜ ਸਾਹਿਬ ਨੇ ਲੈ ਕੇ ਪੰਕਤੀਆਂ ਗੁਰੂ ਕੇ ਸੁਖਮਨੀ ਸਿੰਘ ਬ੍ਰਹਮ ਗਿਆਨੀ ਜੀ ਨੇ ਗੁਰੂ ਆਗਿਆ ਪਾ ਕੇ ਚੌਪੀ ਸਾਹਿਬ ਦੇ ਨਾਲ ਬਖਸ਼ ਕੀਤੀ। ਆਖਰੀ ਸਵਈਆ ਉਚਾਰ ਕੇ ਆਪ ਜੀ ਭੋਗ ਪਾਉਂਦੇ ਹਨ। ਸਵਈਆ ਪਾਏ ਗਾਹੇ ਜਬ ਤੇ ਤੁਮਰੇ। ਹਜ਼ੂਰ ਕਿਤੇ ਪਾਏ ਪੈਰ ਗਹਿ ਪਕੜੇ ਰਕਾਲ ਪੁਰਖ ਜਬ ਤੇ ਜਦੋਂ ਦੇ ਤੁਮਰੇ ਤੁਹਾਡੇ। ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਤਬ ਤੇ ਉਦੋਂ ਤੋਂ ਲੈ ਕੇ ਆਂਖ ਅੱਖਾਂ ਹੇਠਾਂ ਹੋਰ ਕਿਸੇ ਨੂੰ ਨਹੀਂ ਲਿਆਂਦਾ। ਕੋਈ ਅਵਤਾਰ, ਕੋਈ ਪਕੰਬਰ, ਕੋਈ ਦੇਵਤਾ, ਕੋਈ ਭੂਤ, ਕੋਈ ਪ੍ਰੇਤ, ਕੋਈ ਦੇਹਧਾਰੀ, ਕੋਈ ਸਰੀਰ, ਸਤਕਾਰ ਸਭ ਦਾ ਹੀ ਹੈ।
ਜਿਵੇਂ ਹੁਣੇ ਕਰਕੇ ਵਿਖਾਇਆ ਰਾਮਚੰਦਰ ਦਾ, ਕ੍ਰਿਸ਼ਨ ਭਗਵਾਨ ਦਾ। ਤੇ ਇਹਨਾਂ ਦਾ ਮੈਂ ਪੁਜਾਰੀ ਵੀ ਨਹੀਂ, ਪੁਜਾਰੀ ਕਾਲ ਪੁਰਖ ਦਾ। ਅੱਖਾਂ ਥੱਲੇ ਕਿਸੇ ਨੂੰ ਨਹੀਂ ਲਿਆਉਣਾ ਕੀਤਾ, ਤੁਸੀਂ ਵੀ ਨਹੀਂ ਲਿਆਉਣਾ। ਜਿਹੜੇ ਬਾਣੀ ਪੜ੍ਹਨ ਵਾਲੇ ਅਰਥ ਨੂੰ ਯਾਦ ਰੱਖਿਓ। ਰਾਮ ਰਹੀਮ ਪੁਰਾਣ ਕੁਰਾਨ। ਹਿੰਦੂ ਮਤ ਵਾਲੇ ਰਾਮ ਰਾਮ ਜਪਦੇ ਆ, ਮੁਸਲਮਾਨ ਰਹੀਮ ਜਪਦੇ ਹਨ। ਇਸੇ ਪ੍ਰਕਾਰ ਪੁਰਾਣ ਜਿਹੜੇ 18 ਗਿਣਤੀ ਵਿੱਚ ਹਿੰਦੂ ਮਤ ਵਾਲਿਆਂ ਦੇ, ਤੇ ਕੁਰਾਨ ਸ਼ਰੀਫ ਮੁਸਲਮਾਨੀ ਮਤ ਵਾਲਿਆਂ ਦੇ, ਤੇ ਚਾਰੇ ਕਿਤਾਬਾਂ ਜਿਹੜੀਆਂ ਅੰਜੀਲ, ਤੁਰੇਰ, ਜ਼ਬੂਰ, ਕੁਰਾਨ ਆਦਿਕ, ਤੇ 18 ਹੀ ਪੁਰਾਣ। ਆਪ ਜੀ ਕਹਿੰਦੇ ਹਨ ਅਨੇਕ ਕਹੈ ਮਤ ਏਕ ਨ ਅਨੇਕਾਂ ਹੀ ਮੰਨਿਓ। ਗ੍ਰੰਥ, ਅਨੇਕ ਕੁਛ ਹੀ ਕਹਿੰਦੇ ਨੇ। ਇਹਨਾਂ ਮਤਾਂ ਨੂੰ ਮੈਂ ਨਹੀਂ ਇਹਨਾਂ ਨੂੰ ਮੰਨਣਾ ਕੀਤਾ। ਸਿਮਰਤ ਸ਼ਾਸਤਰ ਵੇਦ ਸਬੈ। 27 ਸਿਮਰਤੀਆਂ ਗਿਣਤੀ ਵਿੱਚ, ਤੇ 6 ਸ਼ਾਸਤਰ ਜਿਹੜੇ ਨੇ, ਚਾਰੇ ਵੇਦ, ਇਹ ਸਭ ਕੁਝ ਬਹੁਤ ਕੁਝ ਕਹਿੰਦੇ ਹਨ। ਬਹੁ ਭੇਦ ਕਹੈ ਹਮ ਏਕ ਨ ਕਈਆਂ ਜਾਣਿਓ। ਭੇਦਾਂ ਦੀਆਂ ਗੱਲਾਂ ਕਥਨ ਕਰਦੇ, ਹਮ ਏਕ ਨਾ ਜਾਣਿਓ। ਉਹਨਾਂ 'ਚ ਕੋਈ ਵੀ ਗੱਲ ਲੈ ਕੇ ਅਸੀਂ ਤੁਹਾਨੂੰ ਨਹੀਂ ਜਣਾਉਂਦੇ। ਕੇਵਲ ਅਕਾਲ ਪੁਰਖ ਦੇ ਪੁਜਾਰੀ ਤੁਹਾਨੂੰ ਬਣਾਇਆ ਹੈ। ਤੇ ਯਾਦ ਰੱਖਣਾ, ਕਿਸੇ ਦੇਵੀ ਦੇਵਤੇ, ਕਿਸੇ ਬੰਦੇ ਅਵਤਾਰ ਪੈਗੰਬਰ ਦੇ ਵਿਰੁੱਧ ਨਹੀਂ ਬੋਲਣਾ, ਕਿਸੇ ਨੂੰ ਮਾੜਾ ਨਹੀਂ ਕਹਿਣਾ। ਸੱਚਖੰਡ ਵਾਸੀ ਮਹਾਂਪੁਰਸ਼ ਬਾਬਾ ਸੋ ਗੁਰਬਚਨ ਸਿੰਘ ਜੀ ਪਿੰਡਰਾਂ ਵਾਲੇ ਕਥਾ ਕਰ ਰਹੇ ਸਨ ਦਸਮ ਗ੍ਰੰਥ ਦੀ। ਤੇ ਕ੍ਰਿਸ਼ਨ ਭਗਵਾਨ ਦੇ ਚਰਿੱਤਰ ਮਹਾਰਾਜ ਸਾਹਿਬ ਨੇ ਬੜੇ ਪਿਆਰ ਨਾਲ ਲਿਖੇ ਨੇ। ਉਹ ਕੌਤਕ ਲਿਖੇ, ਕੀ ਕਰਦਾ ਰਿਹਾ, ਭਾਵ ਖੇਡਾਂ ਖੇਡਦਾ ਰਿਹਾ। ਇੰਨੀਆਂ ਰਾਣੀਆਂ ਵਿਆਹੀਆਂ, ਲੀੜੇ ਲੈ ਕੇ ਰੁੱਖ ਤੇ ਚੜ ਗਿਆ, ਉਹ ਕੀਤਾ, ਜੇ ਕੀਤਾ, ਆਦਿ। ਜਦੋਂ ਬਚਨੇ ਆਏ, ਇੱਕ ਸਿੰਘ ਹੱਸ ਪਿਆ। ਕਥਾ ਸਰੋਤਾ ਸੁਣ ਰਿਹਾ ਜਿਹੜਾ, ਕਹਿੰਦੇ ਹੱਸਿਆ ਕਿਉਂ ਹੈ? ਕਹਿੰਦੇ ਕ੍ਰਿਸ਼ਨ ਕੀ ਕਰਦਾ ਰਿਹਾ? ਤੇ ਕਹਿੰਦੇ ਉਹ ਤੇ ਭਗਵਾਨ ਸੀ, 16 ਕਲਾ ਅਵਤਾਰ ਸੀ ਦੁਆਪਰ ਯੁੱਗ ਦਾ, ਤੇ ਤੈਨੂੰ ਕੀ ਹੱਕ ਹੈ ਹੱਸਣ ਦਾ? ਉਹਨੂੰ ਦੰਨ ਦਿੱਤਾ ਵੀ ਕੰਨ ਫੜ ਕੇ ਤੇ ਇੰਨੇ ਘੰਟੇ ਸੰਗਤਾਂ ਦੇ ਜੋੜਿਆਂ 'ਚ ਖੜ, ਸਾਰਾ ਦਿਨ ਖਿਲਾਰ ਛੱਡਿਆ। ਕਿਸੇ ਅਵਤਾਰ ਨੂੰ, ਕਿਸੇ ਪੈਗੰਬਰ ਨੂੰ, ਕਿਸੇ ਦੇਵਤੇ ਨੂੰ ਹੱਸਣਾ ਨਹੀਂ, ਮਖੌਲ ਨਹੀਂ ਕਰਨਾ, ਮਾੜਾ ਨਹੀਂ ਕਹਿਣਾ, ਤੇ ਕਿਸੇ ਦੇ ਪੁਜਾਰੀ ਵੀ ਨਹੀਂ ਬਣਨਾ। ਅਕਾਲ ਪੁਰਖ ਦੇ ਪੁਜਾਰੀ ਬਣਨਾ। ਇਹ ਸਿੱਖਿਆ ਮਹਾਰਾਜ ਸਾਹਿਬ ਦਿੰਦੇ ਹਨ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ। ਸ੍ਰੀ ਸ਼੍ਰੋਮਣੀ ਆਸ ਕਿਰਪਾਨ ਦੇ ਧਾਰਨ ਪਾਨ, ਹੱਥਾਂ 'ਚ ਪਕੜਨ ਵਾਲੇ ਅਕਾਲ ਪੁਰਖ, ਕਿਰਪਾ ਤੁਮਰੀ ਕਰ, ਤੁਹਾਡੀ ਕਿਰਪਾ ਬਖਸ਼ ਪਾ ਕੇ। ਮੈਂ ਨਾ ਕਹਿਓ ਸਭ ਤੋਹੇ ਬਖਾਨੇ। ਇਹ ਬਾਣੀ ਮੈਂ ਨਹੀਂ ਉਚਾਰੀ, ਮੈਂ ਨਹੀਂ ਕਹੀ, ਮਹਾਰਾਜ ਤੁਸੀਂ ਹੀ ਬਖਾਨਿਓ ਕਥਨ ਕੀਤੀ ਹੈ। ਦੋਹਰਾ ਸਗਲ ਦੁਆਰ ਕੋ ਛਾੜ ਕੇ। ਦੋਹਰਾ ਉਚਾਰ ਕੇ ਹਜ਼ੂਰ ਭੋਗ ਪਾਉਂਦੇ ਹਨ ਤੇ ਆਪਣੀ ਨਿਮਰਤਾ ਜਣਾਉਂਦੇ। ਸਗਲ ਸਾਰੇ ਦੁਆਰੇ, ਜਿੰਨਿਆਂ ਦੇ ਲੋਕ ਤੁਰੇ ਫਿਰਦੇ ਨੇ ਇੱਧਰ ਉੱਧਰ, ਸਾਰੇ ਦਰ ਦੁਆਰੇ ਛੱਡ ਕਰਕੇ ਗਹਿਓ ਤੁਹਾਰੋ ਦੁਆਰ। ਗਹਿਓ ਗ੍ਰਹਿਣ ਕੀਤਾ ਮਹਾਰਾਜ, ਤੁਹਾਡਾ ਦਰ ਇੱਕੋ ਇੱਕ ਪਕੜਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਅਕਾਲ ਪੁਰਖ। ਵਾਹੇ ਗਹੇ ਕੀ ਲਾਜ ਆਸ। ਸੋ ਬਾਹਾਂ ਮੇਰੀ ਜੇ ਤੁਸਾਂ ਗਹੇ ਪਕੜੀ ਹੈ, ਮੈਂ ਤੁਹਾਡੀ ਸ਼ਰਨੁਪੀ ਬਾਹਾਂ ਪਕੜੀ, ਤੁਸਾਂ ਮੇਰੀ ਬਾਹਾਂ ਪਕੜੀ, ਆਪਣਾ ਸਿੱਖ ਬਣਾ ਲਿਆ, ਸਤਸੰਗੀ ਬਣਾ ਲਿਆ, ਤੇ ਲਾਜ ਮਹਾਰਾਜ ਸਾਹਿਬ ਤੁਹਾਨੂੰ ਹੀ ਬਣਾਉਂਦੀ ਹੈ। ਇਸ ਮੌਕਾ ਗੋਬਿੰਦ ਦਾਸ ਤੁਹਾਰ। ਮੈਂ ਗੋਬਿੰਦ ਤੁਹਾਡਾ ਦਾਸ, ਤੁਹਾਰ ਤੁਹਾਡਾ ਦਾਸ ਹਾਂ। ਆਪਣਾ ਦਾਸ ਸਮਝ ਕੇ ਮੇਰੀ ਬਾਹਾਂ ਫੜੀ ਹੋਈ ਬੁੱਧੀ ਰੂਪੀ ਸੰਸਾਰ ਸਾਗਰ ਤੋਂ ਪਾਰ ਲਾ ਦਿਓ। ਇਵੇਂ ਮਹਾਰਾਜ ਸਾਹਿਬ ਨੇ ਬਾਣੀ ਦਾ ਭੋਗ ਪਾਇਆ ਹੈ। ਇੱਥੋਂ ਤੱਕ ਇਹ ਚੌਪੀ ਦਾ ਪਾਠ ਟਕਸਾਲਾਂ ਵੱਲੋਂ, ਦਲਾਂ ਵੱਲੋਂ, ਜਿੰਨੇ ਬ੍ਰਹਮ ਗਿਆਨੀ ਸਾਰਿਆਂ ਵੱਲੋਂ, ਤਖਤਾਂ ਵੱਲੋਂ, ਕੁਝ ਕਬੀਰਾਂ ਨੇ ਘੱਟ ਗੁੱਟ ਕੇ ਛਪਾਏ ਤੇ ਘੱਟ ਯਤਨ ਕਰ ਲਏ। ਉਹਨਾਂ ਦੀ ਮਰਜ਼ੀ, ਵੱਧ ਨਾਲ ਪ੍ਰਾਪਤੀ ਵੱਧ ਹੋਊਗੀ ਤੇ ਘੱਟ ਨਾਲ ਘੱਟ। ਤੁਹਾਡੀ ਮਰਜ਼ੀ, ਜਿਵੇਂ ਮਰਜ਼ੀ ਕਰ ਲਓ। ਇੱਕ ਅਕਾਲ ਪੁਰਖ ਨਿਰੰਕਾਰ ਦਾ ਨਾਮ, ਮੂਲ ਮੰਤਰ ਗੁਰਮੰਤਰ ਸਤਿਗੁਰੂ ਬਖਸ਼ਿਆ ਹੈ, ਉਹਨੂੰ ਦਿਨੇ ਰਾਤ ਜਪੋ। ਭਰਾਵਾਂ ਨਾਲ, ਭਾ ਸਮਾਜ ਨਾਲ ਮਿਲ ਕੇ ਚੱਲੋ, ਫਿਰ ਲੋਕ ਪ੍ਰਲੋਕ ਸਫਲਾ ਹੋਵੇਗਾ। ਇਸ ਬਾਣੀ ਦੀ ਕਥਾ ਦੁਪਹਿਰ ਦੇ ਦੀਵਾਨ 'ਚ ਆਰੰਭ ਹੋਈ ਸੀ, ਜੋ ਇੰਨੀ ਕੁ ਵਿੱਚ ਰਹਿੰਦੀ ਸੀ, ਉਹ ਸੰਪੂਰਨ ਹੋਈ ਹੈ। ਸਵਈਆਂ ਦੀ ਮੰਗ ਵੀ ਸੰਗਤਾਂ ਨੇ ਕੀਤੀ ਹੈ। ਫਿਰ ਕਿਸੇ ਦਿਨ ਜਾਂ ਆਉਂਦੇ ਐਤਵਾਰ ਸੰਗਤਾਂ ਦੇ ਸਮੱਖ ਉਹਦੀ ਵਿਚਾਰ ਰੱਖੀ ਜਾਊ। ਤਨਤਾ ਜੋਗ ਹੋ ਜਿਨ੍ਹਾਂ ਨੇ ਹਾਜ਼ਰੀ ਭਰੀ ਹੈ। ਹੁਣ ਆਪ ਜੀ ਨੇ ਕੀਰਤਨ ਸੁਣ ਕਰਕੇ ਆਨੰਦ ਮਾਣਨਾ ਹੈ। ਆਓ ਇਸ ਬਾਣੀ ਦਾ ਭੋਗ ਪਾਈਏ, ਮਿਲ ਕੇ ਪੜੀਏ, ਗੁਰੂ ਬਖਸ਼ੀ ਫਤਿਹ ਗਜਾਈਏ। ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ। ਵਾਹੇ ਗਹੇ ਕੀ ਲਾਜ ਆਸ। ਗੋਬਿੰਦ ਦਾਸ ਤੁਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ